प्यारे विद्यार्थियों, आओ अज असी क्लास 10th का चैप्टर हैरिडिटी एंड एवोल्यूशन करते हैं, जिसनों असी पंजाबी विच कहने अनुवंशिकता अते विकास। ते अज असी इस चैप्टर का भाग दूजा करन जा रहे हैं। दूजे भाग विच अज असी जैनेटिक्स नाल रिलेटेड टर्म्स के बारे विचार चर्चा करांगे। ये जड़ियाँ टर्म्स ने ये सानू इस चैप्टर नूं बहुत आसानी नाल समझण दे विच मदद करनगियां। ते आओ फिर असी जैनेटिक्स दियां टर्म्स दे नाल इस भाग की शुरुआत करते हैं। वट इज़ जीनोटाइप? जीनोटाइप की हुंदा? द जेनेटिक कॉन्स्टिट्यूशन ऑफ एन ऑर्गेनिज्म विद रिगार्ड टू वन और मोर करैक्टर्स इररिस्पैक्टिव ऑफ वैदर द जीन्स आर एक्सप्रैसड और नॉट। ਜਦੋਂ ਅਸੀਂ ਕਿਸੇ ਆਰਗੇਨਿਜ਼ਮ ਦੇ ਅੰਦਰ ਕੋਈ ਇੱਕ ਜਾਂ ਇੱਕ ਤੋਂ ਜ਼ਿਆਦਾ ਕਰੈਕਟਰਸ ਨੂੰ ਕੰਸੀਡਰ ਕਰ ਰਹੇ ਹਾਂ ਤਾਂ ਉਹਨਾਂ ਕਰੈਕਟਰਸ ਨੂੰ ਕੰਸੀਡਰ ਕਰਦੇ ਹੋਏ ਉਸ ਆਰਗੇਨਿਜ਼ਮ ਦੇ ਅੰਦਰ ਕਿੱਦਾਂ ਦਾ ਜੈਨੇਟਿਕ ਕਨਸਟੀਟਿਊਸ਼ਨ ਹੈ, ਕਿਸ ਤਰ੍ਹਾਂ ਦੀਆਂ ਜੀਨਸ ਐਕਚੁਅਲ 'ਚ ਪ੍ਰੈਜ਼ੈਂਟ ਨੇ, ਉਹਨੂੰ ਅਸੀਂ ਉਹਦਾ ਜੀਨੋਟਾਈਪ ਕਹਿੰਦੇ ਆ। ਭਾਵੇਂ ਕਿਸੇ ਜੀਨ ਨੇ ਆਪਣੇ ਆਪ ਨੂੰ ਐਕਸਪ੍ਰੈਸ ਕੀਤਾ ਤੇ ਭਾਵੇਂ ਨਹੀਂ ਕੀਤਾ। ਅਸਲ 'ਚ ਕਿਸ ਤਰ੍ਹਾਂ ਦੀਆਂ ਜੀਨਸ ਨੇ, ਕਿਸ ਤਰ੍ਹਾਂ ਦਾ ਜੈਨੇਟਿਕ ਕਨਸਟੀਟਿਊਸ਼ਨ ਹੈ, ਇਹੀ ਉਸ ਆਰਗੇਨਿਜ਼ਮ ਦਾ ਜੀਨੋਟਾਈਪ ਹੁੰਦਾ। ਅਸੀਂ ਐਗਜ਼ਾਮਪਲ ਲੈ ਕੇ ਗੱਲ ਕਰਦੇ ਹਾਂ, ਜਿੱਦਾਂ ਕਿ ਪੀ ਪਲਾਂਟ ਦੀ ਅਗਰ ਗੱਲ ਕਰੀਏ ਤੇ ਉਹਦੇ ਅੰਦਰ ਜੀਨੋਟਾਈਪ ਜਿਹੜਾ ਹੁੰਦਾ ਪਿਓਰ ਟਾਲ ਪਲਾਂਟ ਦਾ, ਉਹ ਕੀ ਹੈ? ਕੈਪੀਟਲ ਟੀ, ਯਾਨੀ ਕਿ ਦੋਨੋਂ ਡੋਮੀਨੈਂਟ ਅਲੀਲਸ ਨੇ। ਤੇ ਹਾਈਬ੍ਰਿਡ ਟਾਲ ਪਲਾਂਟ ਦਾ ਜੀਨੋਟਾਈਪ ਹੁੰਦਾ ਕੈਪੀਟਲ ਟੀ ਸਮਾਲ ਟੀ। ਐਂਡ ਫॉर ਡਵਾਰਫ ਪਲਾਂਟ ਜੀਨੋਟਾਈਪ ਹੁੰਦਾ ਸਮਾਲ ਟੀ। ਸੋ ਅਸੀਂ ਜਦੋਂ ਗੱਲ ਕਰਦੇ ਹਾਂ ਅਸੀਂ ਕਹਿ ਦਿੰਦੇ ਹਾਂ ਜੀ ਟਾਲ ਪਲਾਂਟ ਹੈ ਨਾ, ਲੇਕਿਨ ਟਾਲ ਪਲਾਂਟ ਸਾਰੇ ਜਿਹੜੇ ਨੇ ਉਹ ਇੱਕੋ ਤਰ੍ਹਾਂ ਦਾ ਜੀਨੋਟਾਈਪ ਨਹੀਂ ਪੋਜੈਸ ਕਰਦੇ। ਕੁਝ ਟਾਲ ਪਲਾਂਟ ਜਿਹੜੇ ਨੇ ਉਹ ਕੈਪੀਟਲ ਟੀ ਜਿਹਨੂੰ ਕਿ ਅਸੀਂ ਕੀ ਕਵਾਂਗੇ, ਇਹਨੂੰ ਅਸੀਂ ਕਵਾਂਗੇ ਪਿਓਰ ਟਾਲ, ਐਦਾਂ ਦਾ ਜੀਨੋਟਾਈਪ ਵੀ ਪੋਜੈਸ ਕਰ ਸਕਦੇ ਆ। ਇਸੇ ਤਰ੍ਹਾਂ ਹੀ ਹਾਈਬ੍ਰਿਡ ਟਾਲ, ਯਾਨੀ ਕਿ ਇੱਕ ਡੋਮੀਨੈਂਟ ਅਲੀਲ ਹੈ, ਇੱਕ ਰਿਸੈਸਿਵ ਅਲੀਲ ਹੈ, ਐਦਾਂ ਦਾ ਜੀਨੋਟਾਈਪ ਵੀ ਪੋਜੈਸ ਕਰ ਸਕਦੇ ਆ। ਸੋ ਜੀਨੋਟਾਈਪ ਆਫ ਟਾਲ ਪੀ ਪਲਾਂਟ ਮੇ ਬੀ ਪਿਓਰ ਟਾਲ ਔਰ ਮੇ ਬੀ ਹਾਈਬ੍ਰਿਡ ਟਾਲ, ਇਹ ਇਹਦਾ ਜੀਨੋਟਾਈਪ ਹੋ ਜਾਏਗਾ। ਇਸੇ ਤਰ੍ਹਾਂ ਹੀ ਸਪੋਜ਼ ਕਰ ਲਓ ਅਸੀਂ ਕੋਈ ਹੋਰ ਕਰੈਕਟਰ ਲੈ ਲੈਂਦੇ ਹਾਂ। ਅਸੀਂ ਗੱਲ ਕਰਦੇ ਹਾਂ ਸ਼ੇਪ ਆਫ ਸੀਡ ਦੀ ਗੱਲ ਕਰਦੇ ਹਾਂ, ਠੀਕ ਹੈ। ਪੀ ਪਲਾਂਟ ਦੇ ਅੰਦਰ ਸ਼ੇਪ ਆਫ ਸੀਡ, ਇਹਦੇ 'ਚ ਕੀ ਹੁੰਦਾ ਕਿ ਰਾਊਂਡ ਵੀ ਹੋ ਸਕਦੇ ਨੇ ਸੀਡਸ, ਠੀਕ ਹੈ। ਇਸੇ ਤਰ੍ਹਾਂ ਹੀ ਜਿਹੜੇ ਸੀਡਸ ਨੇ ਉਹ ਰਿੰਕਲਡ ਵੀ ਹੋ ਸਕਦੇ ਨੇ, ਯਾਨੀ ਕਿ ਵੱਟ ਜੇ ਪਏ ਹੋਣ। ਰਾਊਂਡ ਸੀਡਸ ਜਿਹੜੇ ਨੇ ਉਹ ਦੋ ਤਰ੍ਹਾਂ ਦਾ ਜੀਨੋਟਾਈਪ ਪੋਜੈਸ ਕਰ ਸਕਦੇ ਨੇ, ਜਾਂ ਤਾਂ ਐਦਾਂ ਦਾ ਕਰ ਸਕਦੇ ਨੇ ਜਿਹਨੂੰ ਅਸੀਂ ਕੀ ਕਵਾਂਗੇ ਪਿਓਰ ਰਾਊਂਡ ਕਵਾਂਗੇ, ਜਾਂ ਉਹ ਹਾਈਬ੍ਰਿਡ ਯਾਨੀ ਕਿ ਐਦਾਂ ਦਾ ਜਿਹੜਾ ਹੈਗਾ ਜੀਨੋਟਾਈਪ ਇਹਨੂੰ ਵੀ ਪੋਜੈਸ ਕਰ ਸਕਦੇ ਨੇ, ਜਿਹਦੇ 'ਚ ਇੱਕ ਜਿਹੜੀ ਅਲੀਲ ਹੈ ਉਹ ਕੀ ਹੈ ਡੋਮੀਨੈਂਟ, ਇੱਕ ਜਿਹੜੀ ਹੈ ਰਿਸੈਸਿਵ। ਔਰ ਰਿੰਕਲਡ ਟਾਈਪ ਦੇ ਜਿਹੜੇ ਹੋਣਗੇ ਸੀਡਸ ਉਹਨਾਂ ਦੇ ਅੰਦਰ ਜੀਨੋਟਾਈਪ ਹੋਏਗਾ ਸਮਾਲ ਆਰ, ਜਿਹਦੇ 'ਚ ਦੋਨੋਂ ਜਿਹੜੀਆਂ ਨੇ ਰਿਸੈਸਿਵ ਅਲੀਲਸ ਹੋਣਗੀਆਂ। ਇਹ ਅਲੀਲਸ ਕੀ ਨੇ ਇਹ ਵੀ ਅਸੀਂ ਅੱਗੇ ਡਿਸਕਸ ਕਰਨ ਵਾਲੇ ਹਾਂ, ਹੌਲੀ ਤੁਹਾਨੂੰ ਸਾਰਾ ਸਮਝ 'ਚ ਆ ਜਾਏਗਾ। ਸੋ ਜੀਨੋਟਾਈਪ ਕੀ ਹੋ ਗਿਆ? ਅਸਲ 'ਚ ਕਿਸੇ ਇੱਕ ਆਰਗੇਨਿਜ਼ਮ ਦੇ ਅੰਦਰ ਇੱਕ ਜਾਂ ਇੱਕ ਤੋਂ ਜ਼ਿਆਦਾ ਤਰ੍ਹਾਂ ਦੇ ਕਰੈਕਟਰਸ ਨੂੰ ਕੰਸੀਡਰ ਕਰਦੇ ਹੋਏ ਕਿਸ ਤਰ੍ਹਾਂ ਦਾ ਜੈਨੇਟਿਕ ਕਨਸਟੀਟਿਊਸ਼ਨ ਹੈ, ਕਿਸ ਤਰ੍ਹਾਂ ਦਾ ਜੈਨੇਟਿਕ ਮੇਕਅਪ ਹੈ, ਜਾਂ ਕਿਸ ਤਰ੍ਹਾਂ ਦੀਆਂ ਜੀਨਸ ਪ੍ਰੈਜ਼ੈਂਟ ਨੇ, ਇਹ ਉਹਦਾ ਜੀਨੋਟਾਈਪ ਹੁੰਦਾ। What is phenotype? The appearance of an organism with regard to one or more characters. ਜਿੱਦਾਂ ਅਸੀਂ ਜੀਨੋਟਾਈਪ 'ਚ ਕਿਹਾ ਸੀਗਾ ਕਿ ਇੱਕ ਜਾਂ ਇੱਕ ਤੋਂ ਜ਼ਿਆਦਾ ਤਰ੍ਹਾਂ ਦੇ ਕਰੈਕਟਰਸ ਨੂੰ ਕੰਸੀਡਰ ਕਰਦੇ ਹੋਏ ਜੀਨਸ ਕਿੱਦਾਂ ਦੀਆਂ ਨੇ। ਫੀਨੋਟਾਈਪ 'ਚ ਹੈਗਾ ਕਿ ਇੱਕ ਜਾਂ ਇੱਕ ਤੋਂ ਜ਼ਿਆਦਾ ਤਰ੍ਹਾਂ ਦੇ ਕਰੈਕਟਰਸ ਨੂੰ ਕੰਸੀਡਰ ਕਰਦੇ ਹੋਏ ਇੱਕ ਆਰਗੇਨਿਜ਼ਮ ਜਿਹੜਾ ਇਹਦਾ ਅਪੀਅਰੈਂਸ ਕਿੱਦਾਂ ਦਾ, ਇਹ ਵਿਖਦਾ ਕਿੱਦਾਂ। ਦੇਖੋ ਜੋ ਵੀ ਕਿਸੇ ਆਰਗੇਨਿਜ਼ਮ ਦਾ ਫੀਨੋਟਾਈਪ ਹੋਣਾ ਜਾਂ ਜਿਹੜਾ ਉਹਦਾ ਅਪੀਅਰੈਂਸ ਹੋਣਾ ਉਹ ਡਿਪੈਂਡ ਕਿਹਦੇ 'ਤੇ ਕਰਦਾ? ਦੋ ਚੀਜ਼ਾਂ ਦੇ ਉੱਤੇ ਡਿਪੈਂਡ ਕਰਦਾ। ਇੱਕ ਤਾਂ ਉਹਦੇ ਅੰਦਰ ਜੀਨਸ ਜਿਹੜੀਆਂ ਨੇ ਉਹ ਕਿੱਦਾਂ ਦੀਆਂ, ਯਾਨੀ ਕਿ ਜੀਨੋਟਾਈਪ ਕਿੱਦਾਂ ਦਾ, ਅਤੇ ਦੂਜਾ ਡਿਪੈਂਡ ਕਰਦਾ ਹੈਗਾ ਕਿ ਐਨਵਾਇਰਨਮੈਂਟ ਕਿੱਦਾਂ ਦਾ। ਇਹ ਦੋ ਚੀਜ਼ਾਂ ਦੇ ਉੱਤੇ ਫੀਨੋਟਾਈਪ ਡਿਪੈਂਡ ਕਰੇਗਾ। ਸੋ ਫੀਨੋਟਾਈਪ ਇਜ਼ ਦਾ ਰਿਜ਼ਲਟ ਆਫ ਇੰਟਰੈਕਸ਼ਨ ਆਫ ਜੀਨਸ ਵਿਦ ਦ environment or the way in which the genotype is expressed, ਯਾਨੀ ਕਿ ਜੀਨੋਟਾਈਪ ਆਪਣੇ ਆਪ ਨੂੰ ਐਕਸਪ੍ਰੈਸ ਕਿੱਦਾਂ ਕਰਦਾ, ਉਹ ਕੀ ਹੋ ਜਾਏਗਾ ਉਹਦਾ
ਫੀਨੋਟਾਈਪ ਹੋ ਜਾਏਗਾ। ਦੇਖੋ ਆਮ ਤੌਰ ਦੇ ਉੱਤੇ ਜੇ ਅਸੀਂ ਮੰਨ ਲਈਏ ਬਈ ਕਿਸੇ ਵੀ ਆਰਗੇਨਿਜ਼ਮ ਨੂੰ ਬਹੁਤ ਅੱਛਾ এনवायरमेंट ਮਿਲਦਾ ਪਿਆ, ਫਿਰ ਉਹਦਾ ਫੀਨੋਟਾਈਪ ਜਿਹੜਾ ਹੈਗਾ ਉਹ ਉਹਦੇ ਜੀਨੋਟਾਈਪ ਵਰਗਾ ਹੀ ਹੋਏਗਾ। ਅਸੀਂ ਐਗਜ਼ਾਮਪਲ ਲੈ ਕੇ ਗੱਲ ਕਰਦੇ ਹਾਂ। ਸਪੋਜ਼ ਕਰ ਲਓ ਵੀ ਅਸੀਂ ਗੱਲ ਕਰਦੇ ਹਾਂ ਕਿਸੇ ਵੀ ਪੀ ਪਲਾਂਟ ਦੀ, ਠੀਕ ਹੈ। ਇਹ ਜਿਹੜਾ ਪੀ ਪਲਾਂਟ ਹੈ, ਮੰਨ ਲਓ ਵੀ ਇਹ ਜਿਹੜਾ ਪੀ ਪਲਾਂਟ ਹੈ ਇਹਦੇ ਕੋਲ ਟੌਲ ਦਾ ਜੀਨੋਟਾਈਪ ਹੈ। ਹੋ ਸਕਦਾ ਵੀ ਇਹਦੇ ਕੋਲ ਪਿਓਰ ਟੌਲ ਦਾ ਜੀਨੋਟਾਈਪ ਹੋਵੇ। ਨੋਰਮਲੀ ਕੀ ਹੈ ਵੀ ਅਗਰ ਇਹੋ ਜਿਹਾ ਜਿਹੜਾ ਪਲਾਂਟ ਹੈ ਇਹਨੂੰ ਪ੍ਰੋਪਰ ਪਾਣੀ ਮਿਲੇ, ਪ੍ਰੋਪਰ ਨਿਊਟਰੀਐਂਟਸ ਮਿਲਣ, ਪ੍ਰੋਪਰ ਸਨਲਾਈਟ ਮਿਲੇ, ਤਾਂ ਫਿਰ ਇਹਦਾ ਜਿਹੜਾ ਫੀਨੋਟਾਈਪ ਹੈ ਉਹ ਵੀ ਟੌਲ ਹੀ ਹੋਏਗਾ। ਯਾਨੀ ਕਿ ਜੀਨੋਟਾਈਪ ਡਾਇਰੈਕਟਲੀ ਫੀਨੋਟਾਈਪ ਨੂੰ ਐਕਸਪ੍ਰੈਸ ਕਰੇਗਾ ਜੇ এনवायरमेंटल ਕੰਡੀਸ਼ਨਸ ਜਿਹੜੀਆਂ ਨੇ ਉਹ ਫੇਵਰੇਬਲ ਹੈ, ਅੱਛੀਆਂ ਨੇ। ਲੇਕਿਨ ਅਸੀਂ ਅਜ਼ਿਊਮ ਕਰਦੇ ਹਾਂ ਵੀ ਪੀ ਪਲਾਂਟ ਜਿਹੜਾ ਹੈ ਜਿਹਦੇ ਕੋਲ ਹੈ ਤਾਂ ਜਿਹੜੀਆਂ ਜੀਨਸ ਨੇ ਉਹ ਟੌਲ ਦੀਆਂ ਹੀ ਸੀਗੀਆਂ, ਲੇਕਿਨ ਇਹ ਇਹੋ ਜਿਹੀ ਜਗ੍ਹਾ ਦੇ ਉੱਤੇ ਆ ਗਿਆ ਜਿੱਥੇ ਕਿ ਇਹਨੂੰ ਸਨਲਾਈਟ ਹੀ ਨਹੀਂ ਮਿਲੀ, ਬਿਲਕੁਲ ਹੀ ਹਨੇਰੇ 'ਚ ਹੀ ਪਿਆ ਹੋਇਆ, ਜਾਂ ਇਹਨੂੰ ਪਾਣੀ ਨਹੀਂ ਮਿਲਦਾ ਪਿਆ। ਹੁਣ ਤੁਸੀਂ ਇਹ ਦੇਖੋ ਵੀ ਭਾਵੇਂ ਉਸ ਪੀ ਪਲਾਂਟ ਦੇ ਅੰਦਰ ਟੌਲ ਦੀਆਂ ਹੀ ਜੀਨਸ ਨੇ, ਲੇਕਿਨ ਜਿਹਨੂੰ ਪਾਣੀ ਨਹੀਂ ਮਿਲਦਾ ਪਿਆ, ਜਾਂ ਧੁੱਪ ਨਹੀਂ ਮਿਲਦੀ ਪਈ, ਸਨਲਾਈਟ ਨਹੀਂ ਮਿਲਦੀ ਪਈ, ਫੋਟੋਸਿੰਥਸਿਸ ਨਹੀਂ ਹੁੰਦੀ ਪਈ, ਫੂਡ ਨਹੀਂ ਬਣਦਾ ਪਿਆ, ਤਾਂ ਤੁਸੀਂ ਇਹ ਦੱਸੋ ਵੀ ਉਹ ਜਿਹੜਾ ਪਲਾਂਟ ਹੈ ਉਹ ਟੌਲ ਹੋ ਜਾਏਗਾ? ਦੱਸੋ, ਨਹੀਂ ਹੋਏਗਾ। ਬਈ ਉਹਨੂੰ ਤੇ ਸਰਵਾਈਵਲ ਹੀ ਕਰਨਾ ਔਖਾ ਹੋਇਆ ਪਿਆ। ਹੋ ਸਕਦਾ ਵੀ ਉਹ ਸੁੱਕ ਹੀ ਜਾਵੇ ਜੇ ਉਹਨੂੰ ਧੁੱਪ ਹੀ ਨਹੀਂ ਮਿਲਦੀ ਪਈ, ਪਾਣੀ ਨਹੀਂ ਮਿਲਦਾ ਪਿਆ, ਨਿਊਟਰੀਐਂਟਸ ਨਹੀਂ ਪ੍ਰੋਪਰਲੀ ਮਿਲਦੇ ਪਏ, ਫੂਡ ਨਹੀਂ ਬਣਦਾ ਪਿਆ। ਇਹੋ ਜਿਹੇ ਪਲਾਂਟ ਨੇ ਤਾਂ ਹੋ ਸਕਦਾ ਵੀ ਆਪਣੀ ਹਾਈਟ ਪ੍ਰੋਪਰ ਅਟੇਨ ਕਰਨ ਤੋਂ ਪਹਿਲਾਂ ਹੀ ਸੁੱਕ ਜਾਣਾ। ਤਾਂ ਉਸ ਕੇਸ ਦੇ ਅੰਦਰ ਜਿਹੜਾ ਜੀਨੋਟਾਈਪ ਹੈ ਉਹ ਆਪਣੇ ਆਪ ਨੂੰ ਪ੍ਰੋਪਰਲੀ ਐਕਸਪ੍ਰੈਸ ਨਹੀਂ ਕਰ ਪਾਏਗਾ। ਸੋ ਫੀਨੋਟਾਈਪ ਜਿਹੜਾ ਹੈ ਉਹ ਹਮੇਸ਼ਾ ਡਿਪੈਂਡ ਕਰਦਾ ਹੈ ਕਿ ਜੀਨਸ ਕਿੱਦਾਂ ਦੀਆਂ, ਯਾਨੀ ਕਿ ਜੀਨੋਟਾਈਪ ਕਿੱਦਾਂ ਦਾ, ਅਤੇ এনवायरमेंटल ਕੰਡੀਸ਼ਨਸ ਕਿੱਦਾਂ ਦੀਆਂ। ਨੋਰਮਲ ਕੰਡੀਸ਼ਨਸ, ਜਦੋਂ ਕਿ এনवायरमेंटल ਕੰਡੀਸ਼ਨਸ ਜਿਹੜੀਆਂ ਨੇ ਨਾ ਉਹ ਅੱਛੀਆਂ ਨੇ, ਅੱਛਾ এনवायरमेंट ਹੋਵੇ, ਤਾਂ ਉਸ ਕੇਸ 'ਚ ਕੀ ਹੁੰਦਾ ਹੈ ਕਿ ਜਿਹੜਾ ਹੁੰਦਾ ਫੀਨੋਟਾਈਪ ਉਹ ਡਾਇਰੈਕਟਲੀ ਡਿਪੈਂਡ ਕਰੇਗਾ ਜੀਨੋਟਾਈਪ ਦੇ ਉੱਤੇ। ਸੋ ਇੰਟਰੈਕਸ਼ਨ ਆਫ ਜੀਨੋਟਾਈਪ ਐਂਡ এনवायरमेंट ਗਿਵਸ ਅਸ ਫੀਨੋਟਾਈਪ। ਹੁਣ ਅਸੀਂ ਗੱਲ ਕਰਦੇ ਹਾਂ ਕ੍ਰੋਮੋਸੋਮ ਦੇ ਬਾਰੇ। ਵਾਟ ਇਜ਼ ਕ੍ਰੋਮੋਸੋਮ? ਸੋ ਕ੍ਰੋਮੋਸੋਮ ਜਿਹੜਾ ਇਹ ਕਿਸ ਚੀਜ਼ ਦਾ ਬਣਿਆ ਹੁੰਦਾ ਹੈ? It is made up of chromatin material which is present in the nucleus of all eukaryotic cells। और chromatin material ਕਿਹਦਾ ਬਣਿਆ ਹੁੰਦਾ? DNA and proteins ਦਾ। ਅਸੀਂ ਡਾਇਗਰਾਮ ਦੀ ਹੈਲਪ ਨਾਲ ਇਹਦੇ ਬਾਰੇ ਡਿਸਕਸ਼ਨ ਕਰਦੇ ਹਾਂ ਸੋ ਦੈਟ ਅੱਛੀ ਤਰ੍ਹਾਂ ਸਾਡਾ ਇਹ ਕਲੀਅਰ ਹੋ ਜਾਏ। ਸਪੋਜ਼ ਕਰ ਲਓ ਬਈ ਆ ਇੱਕ ਸੈੱਲ ਹੈ, ਠੀਕ ਹੈ, ਇਹ ਉਸ ਸੈੱਲ ਦੀ ਸੈੱਲ ਮੈਂਬਰੇਨ ਹੈ, ਅਤੇ ਇਹ ਇਹਦੇ ਅੰਦਰ ਨਿਊਕਲੀਅਰ ਐਨਵੈਲਪ ਹੈ, ਠੀਕ ਹੈ। ਇਸ ਨਿਊਕਲੀਅਸ ਦੇ ਅੰਦਰ ਬਹੁਤ ਥਰੈਡ ਲਾਈਕ ਸਟਰਕਚਰਸ ਜਿਹੜੀਆਂ ਨੇ ਨਾ ਉਹ ਪਈਆਂ ਹੁੰਦੀਆਂ। ਇਹਨਾਂ ਥਰੈਡ ਲਾਈਕ ਸਟਰਕਚਰਸ ਨੂੰ ਅਸੀਂ ਕੀ ਕਹਿੰਦੇ ਹਾਂ? ਇਹਨੂੰ ਅਸੀਂ ਕਹਿੰਦੇ ਹਾਂ ਕ੍ਰੋਮੈਟਿਨ ਮਟੀਰੀਅਲ। ਇਹ ਜਿਹੜਾ ਕ੍ਰੋਮੈਟਿਨ ਮਟੀਰੀਅਲ ਹੈ ਇਹ DNA ਦਾ ਬਣਿਆ ਹੁੰਦਾ, ਔਰ ਜਿਹੜਾ DNA ਹੈ ਉਹ ਪ੍ਰੋਟੀਨਸ ਜਿਹੜੀਆਂ ਨੇ ਨਾ ਉਹਨਾਂ ਦੇ ਉੱਤੇ ਕੋਇਲ ਕਰਕੇ ਅਤੇ ਇਹ ਸਮਝ ਲਓ ਵੀ ਆਪਣੇ ਆਪ ਨੂੰ ਕੰਡੈਂਸ ਕਰਦਾ, ਠੀਕ ਹੈ। ਸੋ ਇਹ ਕ੍ਰੋਮੈਟਿਨ ਮਟੀਰੀਅਲ ਜਦੋਂ ਆਪਣੇ ਆਪ ਨੂੰ ਹੋਰ ਕੰਡੈਂਸ ਕਰ ਲੈਂਦਾ DNA ਐਂਡ ਪ੍ਰੋਟੀਨਸ, ਇਹਨਾਂ ਦੋਨਾਂ ਚੀਜ਼ਾਂ ਦੇ ਐਸੋਸੀਏਸ਼ਨ ਦੇ ਨਾਲ, ਤਾਂ ਇਹ ਬਹੁਤ ਹੀ ਕੰਡੈਂਸਡ ਸਟਰਕਚਰਸ ਜਿਹੜੀਆਂ ਨੇ ਉਹਨਾਂ ਨੂੰ ਕਹਿੰਦੇ ਹਾਂ ਅਸੀਂ ਕ੍ਰੋਮੋਸੋਮਸ ਬਣਾ ਦਿੰਦਾ। In diploid organisms, each cell has 2 copies of each chromosome, one each from male and female parents। ਸੋ ਡਿਪਲੋਇਡ ਆਰਗੈਨਿਜ਼ਮਸ ਦੇ ਅੰਦਰ ਕੀ ਹੈ ਬਈ ਇੱਕ ਸੈੱਲ ਦੇ ਅੰਦਰ ਉਹਦੇ ਨਿਊਕਲੀਅਸ ਦੇ ਅੰਦਰ ਜਿੰਨੇ ਵੀ ਕ੍ਰੋਮੋਸੋਮਸ ਹੁੰਦੇ ਨੇ ਉਹ ਇੱਕ ਕਾਪੀ ਜਿਹੜੀ ਹੈ ਨਾ ਉਹ ਆਈ ਹੁੰਦੀ ਹੈ ਮੇਲ ਪੇਰੈਂਟ ਤੋਂ, ਅਤੇ ਇੱਕ ਕਾਪੀ ਜਿਹੜੀ ਹੈ ਉਹ ਆਈ ਹੁੰਦੀ ਹੈ ਫੀਮੇਲ ਪੇਰੈਂਟ ਤੋਂ। ਵੈਸੇ ਜਿਹੜੇ ਆਪਾਂ ਗੱਲ ਕਰੀਏ ਕ੍ਰੋਮੋਸੋਮਸ ਦੀ, ਵੈਸੇ ਇਹ ਕ੍ਰੋਮੋਸੋਮਸ ਜਿਹੜੇ ਨੇ ਨਾ ਇਹ ਵੀ 2 ਤਰ੍ਹਾਂ ਦੇ ਹੁੰਦੇ ਨੇ। ਇੱਕ ਹੁੰਦੇ ਨੇ ਆਟੋਸੋਮਸ ਜਿਹੜੇ ਕਿ ਸਾਡੇ ਸਮੈਟਿਕ ਕਰੈਕਟਰਸ ਨੂੰ ਕੰਟਰੋਲ ਕਰਦੇ ਨੇ, ਅਤੇ ਇੱਕ ਹੁੰਦੇ ਨੇ ਸੈਕਸ ਕ੍ਰੋਮੋਸੋਮਸ ਜਿਹੜੇ ਕਿ ਸੈਕਸ਼ੂਅਲ ਕਰੈਕਟਰਸ ਜਿਹੜੇ ਨੇ ਉਹਨਾਂ ਨੂੰ ਕੰਟਰੋਲ ਕਰਦੇ ਨੇ। ਆਟੋਸੋਮਸ ਜਿਹੜੇ ਨੇ ਉਹਨਾਂ ਨੂੰ ਅਸੀਂ ਨੋਰਮਲੀ A ਦੀ ਫਾਰਮ ਦੇ ਵਿੱਚ ਡਿਨੋਟ ਕਰੀਦਾ, ਅਤੇ ਜਿਹੜੇ ਸੈਕਸ ਕ੍ਰੋਮੋਸੋਮਸ ਨੇ, ਅਗਰ ਆਪਾਂ ਹਿਊਮਨ ਬੀਇੰਗਸ ਦੀ ਗੱਲ ਕਰਦੇ ਹਾਂ ਤਾਂ ਸੈਕਸ ਕ੍ਰੋਮੋਸੋਮਸ 2 ਤਰ੍ਹਾਂ ਦੇ ਹੁੰਦੇ ਨੇ, X ਅਤੇ
ਵਾਈ। ਸੋ ਕਿਸੇ ਵੀ ਹਿਊਮਨ ਬੀਇੰਗ ਦੇ ਅੰਦਰ ਉਹਦੇ ਗੈਮੀਟਸ ਨੂੰ ਛੱਡ ਕੇ ਬਾਕੀ ਜਿੰਨੇ ਵੀ ਸੈੱਲਸ ਹੋਣਗੇ ਉਹਨਾਂ ਦੇ ਅੰਦਰ ਕਿੰਨੇ ਆਟੋਸੋਮਸ ਹੁੰਦੇ ਨੇ? 44 ਆਟੋਸੋਮਸ ਹੁੰਦੇ ਨੇ, ਯਾਨੀ ਕਿ 22 ਪੇਅਰ ਹੁੰਦੇ ਨੇ। ਤੇ ਸੈਕਸ ਕ੍ਰੋਮੋਸੋਮ ਕਿੰਨੇ ਹੁੰਦੇ ਨੇ? 2। ਸੋ ਇਹਦੇ ਨਾਲ ਸਾਡੇ ਕੋਲ ਕਿੰਨੇ ਬਣ ਜਾਂਦੇ ਕ੍ਰੋਮੋਸੋਮਸ? ਟੋਟਲ 46 ਬਣ ਜਾਂਦੇ ਆ। ਠੀਕ ਹੈ, ਆਪਾਂ ਥੋੜ੍ਹੀ ਜਿਹੀ ਇਹਦੇ ਬਾਰੇ ਨਾ ਹੋਰ ਡਿਟੇਲ 'ਚ ਡਿਸਕਸ਼ਨ ਕਰਦੇ ਹਾਂ। ਜਿੱਦਾਂ ਕਿ ਜੇ ਅਸੀਂ ਹਿਊਮਨ ਬੀਇੰਗਸ ਦੀ ਹੀ ਗੱਲ ਕਰਦੇ ਹਾਂ ਤਾਂ ਹਿਊਮਨ ਬੀਇੰਗਸ ਜਿਹੜੇ ਨੇ ਇਹਨਾਂ ਦਾ ਕ੍ਰੋਮੋਸੋਮ ਨੰਬਰ ਹੈਗਾ 46 ਤੇ ਹੁੰਦੇ ਨੇ ਡਿਪਲੋਇਡ। ਡਿਪਲੋਇਡ ਦਾ ਕੀ ਮਤਲਬ ਹੈ ਕਿ ਹਰ ਤਰ੍ਹਾਂ ਦੇ 2 ਕ੍ਰੋਮੋਸੋਮਸ ਹੋਣਗੇ। ਸੋ ਇਹ ਜਿਹੜੇ 46 ਨੇ ਇਹਨਾਂ ਵਿੱਚੋਂ 44 ਜਿਹੜੇ ਕ੍ਰੋਮੋਸੋਮਸ ਨੇ ਉਹ ਸਾਡੇ ਸੋਮੈਟਿਕ ਕਰੈਕਟਰਸ ਨੂੰ ਕੰਟਰੋਲ ਕਰਦੇ ਨੇ, ਉਹਨਾਂ ਨੂੰ ਅਸੀਂ ਕਹਿ ਦਿੰਦੇ ਆ ਆਟੋਸੋਮਸ। ਤੇ 2 ਜਿਹੜੇ ਹੁੰਦੇ ਨੇ ਉਹਨਾਂ ਨੂੰ ਅਸੀਂ ਕਹਿ ਦਿੰਦੇ ਆ ਸੈਕਸ ਕ੍ਰੋਮੋਸੋਮਸ। ਠੀਕ ਹੈ, ਇਹਨਾਂ 44 ਆਟੋਸੋਮਸ ਦੇ ਵਿੱਚੋਂ ਕੀ ਹੈ ਕਿ 22 ਜਿਹੜੇ ਨੇ ਉਹ ਆਏ ਨੇ ਸਾਡੇ ਮਦਰ ਕੋਲੋਂ ਤੇ 22 ਜਿਹੜੇ ਨੇ ਉਹ ਆਏ ਨੇ ਫਾਦਰ ਕੋਲੋਂ। ਠੀਕ ਹੈ, ਯਾਨੀ ਕਿ ਮੇਲ ਪੇਰੈਂਟ ਤੋਂ ਅੱਧੇ ਆਏ ਨੇ ਤੇ ਫੀਮੇਲ ਪੇਰੈਂਟ ਤੋਂ ਅੱਧੇ ਆਏ ਨੇ। ਠੀਕ ਹੈ, ਸੋ ਮਦਰ ਤੋਂ ਤੇ ਫਾਦਰ ਤੋਂ ਦੋਵਾਂ ਤੋਂ 22 ਈਚ ਆਏ ਤਾਂ ਆਟੋਸੋਮ ਟੋਟਲ ਕਿੰਨੇ ਬਣ ਗਏ? 44 ਬਣ ਗਏ। ਇਸੇ ਤਰ੍ਹਾਂ ਹੀ ਇੱਕ ਜਿਹੜਾ ਹੁੰਦਾ ਸੈਕਸ ਕ੍ਰੋਮੋਸੋਮ ਐਕਸ ਟਾਈਪ ਦਾ ਉਹ ਆਂਦਾ ਹੈਗਾ ਮਦਰ ਤੋਂ, ਤੇ ਇੱਕ ਜਿਹੜਾ ਹੈਗਾ ਸੈਕਸ ਕ੍ਰੋਮੋਸੋਮ ਜਾਂ ਉਹ ਹੋ ਸਕਦਾ ਐਕਸ ਟਾਈਪ ਦਾ ਜਾਂ ਹੋ ਸਕਦਾ ਵਾਈ ਟਾਈਪ ਦਾ, ਇਹ ਆਂਦਾ ਹੈਗਾ ਫਾਦਰ ਸਾਈਡ ਤੋਂ। ਸੋ ਜੇ ਫਾਦਰ ਕੋਲੋਂ ਆ ਐਕਸ ਟਾਈਪ ਦਾ ਇੱਕ ਸੈਕਸ ਕ੍ਰੋਮੋਸੋਮ ਆ ਗਿਆ ਤਾਂ ਆ ਜਿਹੜਾ ਇੱਕ ਇੰਡੀਵਿਜੂਅਲ ਬਣ ਗਿਆ, ਇਹ ਇੰਡੀਵਿਜੂਅਲ ਜਿਹੜਾ ਹੈ ਇਹ ਬਣ ਗਿਆ ਫੀਮੇਲ ਇੰਡੀਵਿਜੂਅਲ। ਠੀਕ ਹੈ, ਔਰ ਅਗਰ ਆ ਜਿਹੜੇ 44 ਆਟੋਸੋਮਸ ਆਏ ਸੀ ਇਹਨਾਂ ਦੇ ਨਾਲ ਇੱਕ ਐਕਸ ਕ੍ਰੋਮੋਸੋਮ ਆਇਆ ਮਦਰ ਤੋਂ ਤੇ ਇੱਕ ਵਾਈ ਟਾਈਪ ਦਾ ਜਿਹੜਾ ਸੈਕਸ ਕ੍ਰੋਮੋਸੋਮ ਹੈ ਉਹ ਆ ਗਿਆ ਫਾਦਰ ਤੋਂ, ਤਾਂ ਜਿਹੜਾ ਇਹ ਇੰਡੀਵਿਜੂਅਲ ਹੈ ਇਹ ਬਣ ਜੂਗਾ ਇੱਕ ਮੇਲ ਇੰਡੀਵਿਜੂਅਲ। ਸੋ ਇਸ ਤਰ੍ਹਾਂ ਨਾਲ 2 ਤਰ੍ਹਾਂ ਦੇ ਕ੍ਰੋਮੋਸੋਮਸ ਹੁੰਦੇ, ਆਟੋਸੋਮਸ ਤੇ ਸੈਕਸ ਕ੍ਰੋਮੋਸੋਮਸ। ਔਰ ਡਿਪਲੋਇਡ ਆਰਗੇਨਿਜ਼ਮਸ ਦੇ ਅੰਦਰ ਕੀ ਹੈ, ਹਰ ਤਰ੍ਹਾਂ ਦੇ 2 ਕ੍ਰੋਮੋਸੋਮਸ ਹੁੰਦੇ ਨੇ ਔਰ ਉਹ 2 ਕ੍ਰੋਮੋਸੋਮਸ ਜਿਹੜੇ ਨੇ ਉਹ ਮਦਰ ਤੇ ਫਾਦਰ ਤੋਂ ਆਏ ਹੁੰਦੇ ਨੇ, ਯਾਨੀ ਕਿ ਅੱਧੇ ਕ੍ਰੋਮੋਸੋਮਸ ਜਿਹੜੇ ਨੇ ਉਹ ਮਦਰ ਤੋਂ ਆਉਂਦੇ ਨੇ, ਅੱਧੇ ਜਿਹੜੇ ਨੇ ਫਾਦਰ ਤੋਂ ਆਉਂਦੇ ਨੇ ਤੇ ਬੱਚੇ ਦੇ ਅੰਦਰ ਨਾਰਮਲ ਜੈਨੇਟਿਕ ਕਨਸਟੀਟਿਊਸ਼ਨ ਬਣ ਜਾਂਦਾ ਜਿਹਦੇ 'ਚ ਆ ਜਾਂਦੇ ਨੇ 44 ਆਟੋਸੋਮਸ ਤੇ 2 ਸੈਕਸ ਕ੍ਰੋਮੋਸੋਮਸ। ਅਸੀਂ ਫਿਰ ਤੋਂ ਪਹਿਲੀ ਵਾਲੀ ਸਲਾਈਡ ਤੇ ਵਾਪਸ ਆਉਂਦੇ ਹਾਂ ਤੇ ਦੇਖਦੇ ਹਾਂ ਕਿ ਸਾਨੂੰ ਕ੍ਰੋਮੋਸੋਮ ਦੇ ਬਾਰੇ ਕੀ ਪਤਾ ਲੱਗਾ। ਕ੍ਰੋਮੋਸੋਮਸ ਕਾਹਦੇ ਬਣੇ ਹੁੰਦੇ? ਕ੍ਰੋਮੈਟਿਨ ਮਟੀਰੀਅਲ ਦੇ। ਇਹ ਕਿੱਥੇ ਪ੍ਰੈਜ਼ੈਂਟ ਹੁੰਦਾ? ਨਿਊਕਲੀਅਸ ਦੇ ਅੰਦਰ, ਨਿਊਕਲੀਅਸ ਆਫ ਆਲ ਯੂਕੈਰੀਓਟਿਕ ਸੈਲਸ। ਦੇਖੋ ਜਿਹੜੇ ਹੁੰਦੇ ਪ੍ਰੋਕੈਰੀਓਟਿਕ ਸੈਲਸ ਉਹਨਾਂ ਦੇ ਅੰਦਰ ਨਿਊਕਲੀਅਸ ਨਹੀਂ ਹੁੰਦਾ, ਉਹਨਾਂ ਦੇ ਅੰਦਰ ਨਿਊਕਲੀਓਇਡ ਹੁੰਦਾ। ਸੋ ਉਸ ਕੇਸ 'ਚ ਕੀ ਹੈ ਕਿ ਜਿਹੜਾ ਕ੍ਰੋਮੈਟਿਨ ਮਟੀਰੀਅਲ ਹੈ ਉਹ ਸਾਈਟੋਪਲਾਜ਼ਮ ਦੇ ਅੰਦਰ ਐਜ਼ ਸੱਚ ਹੀ ਪਿਆ ਹੁੰਦਾ, ਜਦੋਂ ਕਿ ਯੂਕੈਰੀਓਟਿਕ ਸੈਲਸ ਦੇ ਅੰਦਰ ਨਿਊਕਲੀਅਸ ਦੇ ਅੰਦਰ ਕ੍ਰੋਮੈਟਿਨ ਮਟੀਰੀਅਲ ਹੁੰਦਾ। ਤੇ ਜਦੋਂ ਕ੍ਰੋਮੈਟਿਨ ਮਟੀਰੀਅਲ ਦਾ DNA ਪ੍ਰੋਟੀਨ ਦੇ ਨਾਲ ਐਸੋਸੀਏਟ ਹੋ ਕੇ ਕੰਡੈਂਸ ਕਰਦਾ ਤਾਂ ਕੀ ਬਣਦੇ ਨੇ? ਕ੍ਰੋਮੋਸੋਮਸ ਜਿਹੜੇ ਨੇ ਉਹ ਬਣਦੇ ਨੇ। ਇਨ ਡਿਪਲੋਇਡ ਆਰਗੇਨਿਜ਼ਮਸ ਈਚ ਸੈਲ ਹੈਜ਼ 2 ਕਾਪੀਜ਼ ਆਫ ਈਚ ਕ੍ਰੋਮੋਸੋਮ। ਤੇ ਇਹ ਜਿਹੜੀਆਂ 2 ਕਾਪੀਜ਼ ਨੇ, ਇੱਕ ਕਾਪੀ ਕਿੱਥੋਂ ਆ ਰਹੀ ਹੈ? ਮੇਲ ਪੇਰੈਂਟ ਤੋਂ ਜਿਹਨੂੰ ਅਸੀਂ ਫਾਦਰ ਕਹਿ ਦਾਂਗੇ, ਤੇ ਦੂਜੀ ਕਾਪੀ ਕਿੱਥੋਂ ਆ ਰਹੀ ਹੈ? ਫੀਮੇਲ ਪੇਰੈਂਟ ਤੋਂ ਜਿਹਨੂੰ ਅਸੀਂ ਕੀ ਕਹਿ ਦਾਂਗੇ? ਮਦਰ ਕਹਿ ਦਾਂਗੇ। ਔਰ 2 ਟਾਈਪਸ ਆਫ ਕ੍ਰੋਮੋਸੋਮਸ ਕਿਹੜੇ ਨੇ? ਆਟੋਸੋਮਸ ਐਂਡ ਸੈਕਸ ਕ੍ਰੋਮੋਸੋਮਸ। ਸੋ ਦਿਸ ਇਜ਼ ਆਲ ਅਬਾਊਟ ਕ੍ਰੋਮੋਸੋਮਸ। ਹੁਣ ਅਸੀਂ ਗੱਲ ਕਰਦੇ ਹਾਂ ਅਬਾਊਟ ਜੀਨ। ਵਾਟ ਇਜ਼ ਜੀਨ? ਇਟ ਇਜ਼ ਦ ਬੇਸਿਕ ਯੂਨਿਟ ਆਫ ਇਨਹੈਰੀਟੈਂਸ ਐਂਡ ਕੰਟੇਨਸ ਇਨਫੋਰਮੇਸ਼ਨ that is required to express a particular trait in an organism. So basic unit of inheritance यानी कि एक पीढ़ी तो दूजी पीढ़ी तक ਜਿਹੜੇ ਕਰੈਕਟਰਸ ਟਰਾਂਸਮਿਟ ਹੁੰਦੇ ਨੇ, ਜਿਹੜੇ ਇਨਹੈਰਿਟ ਹੁੰਦੇ ਨੇ, ਉਹਦੀ ਬੇਸਿਕ ਯੂਨਿਟ ਕੀ ਹੈ? ਜੀਨ ਹੈ। ਤੇ ਕਿਸੇ ਵੀ ਇੱਕ ਪਾਰਟਿਕੂਲਰ ਟ੍ਰੇਟ ਜਾਂ ਕਰੈਕਟਰ ਜਾਂ
ਗੁਣ ਨੂੰ ਕਿਸੇ ਆਰਗੇਨਿਜ਼ਮ ਦੇ ਅੰਦਰ ਐਕਸਪ੍ਰੈਸ ਕਰਨ ਦੇ ਲਈ ਜਿਹੜੀ ਵੀ ਇਨਫੋਰਮੇਸ਼ਨ ਚਾਹੀਦੀ ਹੁੰਦੀ ਹੈ ਉਹ ਕਿਹਦੇ ਤੇ ਹੁੰਦੀ ਹੈ, ਉਹ ਜੀਨ 'ਚ ਹੁੰਦੀ ਹੈ। ਸੋ ਆਪਾਂ ਇੱਦਾਂ ਵੀ ਕਹਿ ਸਕਦੇ ਹਾਂ ਕਿ ਇਟ ਇਜ਼ ਅ ਫੰਕਸ਼ਨਲ ਸੈਗਮੈਂਟ ਆਫ DNA ਆਕੂਪਾਈਂਗ ਅ ਸਪੈਸੀਫਿਕ ਪੋਜੀਸ਼ਨ ਔਨ ਅ ਕ੍ਰੋਮੋਸੋਮ, ਯਾਨੀ ਕਿ ਇੱਕ ਕ੍ਰੋਮੋਸੋਮ ਦੇ ਉੱਪਰ ਇੱਕ ਸਪੈਸੀਫਿਕ ਪੋਜੀਸ਼ਨ ਦੇ ਉੱਤੇ ਜੀਨ ਮਿਲਦੀ ਹੈ ਔਰ ਜੀਨ ਕਾਹਦੀ ਬਣੀ ਹੁੰਦੀ ਹੈ, ਇੱਕ ਫੰਕਸ਼ਨਲ ਸੈਗਮੈਂਟ ਆਫ DNA ਦੀ ਬਣੀ ਹੁੰਦੀ ਹੈ। ਅਸੀਂ ਦੁਬਾਰਾ ਡਾਇਗਰਾਮ ਦੀ ਹੈਲਪ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਅੱਛੀ ਤਰ੍ਹਾਂ ਕਲੀਅਰ ਹੋ ਜਾਏ। ਦੇਖੋ ਅਸੀਂ ਹੁਣੇ ਕ੍ਰੋਮੋਸੋਮਸ ਦੇ ਬਾਰੇ ਗੱਲ ਕਰਕੇ ਹਟੇ ਹਾਂ, ਜਿੱਦਾਂ ਕਿ ਡਿਪਲੋਇਡ ਆਰਗੇਨਿਜ਼ਮਸ ਦੇ ਅੰਦਰ 2 ਕਾਪੀਜ਼ ਹੁੰਦੀਆਂ ਕ੍ਰੋਮੋਸੋਮਸ ਦੀਆਂ, ਇੱਕ ਮਦਰ ਤੋਂ ਇੱਕ ਫਾਦਰ ਤੋਂ। ਤੇ ਇਹ ਜਿਹੜੇ ਕ੍ਰੋਮੋਸੋਮਸ ਨੇ ਇਹ ਕਾਹਦੇ ਬਣੇ ਹੁੰਦੇ ਨੇ, ਇਹ ਬਣੇ ਹੁੰਦੇ ਨੇ ਕ੍ਰੋਮੈਟਿਨ ਮਟੀਰੀਅਲ ਦੇ, ਜਿਹੜਾ ਕਿ ਬਹੁਤ ਹੀ ਥਿਨ ਫਾਈਬਰ ਲਾਈਕ ਮਟੀਰੀਅਲ ਜਿਹੜਾ ਪ੍ਰੈਜ਼ੈਂਟ ਹੁੰਦਾ। ਕਿੱਥੇ ਪ੍ਰੈਜ਼ੈਂਟ ਹੁੰਦਾ, ਨਿਊਕਲੀਅਸ ਦੇ ਅੰਦਰ ਪ੍ਰੈਜ਼ੈਂਟ ਹੁੰਦਾ। ਇਹ ਕ੍ਰੋਮੈਟਿਨ ਮਟੀਰੀਅਲ ਜਿਹੜਾ ਇਹ ਕਿਹਦਾ ਬਣਿਆ ਹੁੰਦਾ, ਇਹ ਬਣਿਆ ਹੁੰਦਾ DNA ਦਾ। ਔਰ DNA ਜਿਹੜਾ ਹੈ ਉਹ ਐਸੋਸ਼ੀਏਟ ਕਰਦਾ ਪ੍ਰੋਟੀਨਸ ਨਾਲ, ਹਿਸਟੋਨ ਐਂਡ ਨੌਨ ਹਿਸਟੋਨ ਪ੍ਰੋਟੀਨਸ ਦੇ ਨਾਲ, ਤੇ ਕੰਡੈਂਸ ਕਰਕੇ ਬਣਾ ਦਿੰਦਾ ਕ੍ਰੋਮੋਸੋਮਸ। ਤੇ ਇਹਨਾਂ ਕ੍ਰੋਮੋਸੋਮਸ ਦੇ ਉੱਤੇ ਪਰਟੀਕੂਲਰ ਜੀਨਸ ਜਿਹੜੀਆਂ ਨੇ ਉਹ ਲੋਕੇਟਡ ਹੁੰਦੀਆਂ। ਸੋ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਇੱਕ ਜੀਨ ਦਾ ਇੱਕ ਪਰਟੀਕੂਲਰ ਐਡਰੈਸ ਹੁੰਦਾ ਕਿ ਉਹਨੇ ਕਿਹੜੇ ਕ੍ਰੋਮੋਸੋਮ ਦੇ ਉੱਪਰ ਤੇ ਕਿਹੜੀ ਜਗ੍ਹਾ ਦੇ ਉੱਤੇ ਲੋਕੇਟ ਹੋਣਾ। ਹੁੰਦਾ ਕੀ ਹੈ ਜੀਨ ਦੇ ਅੰਦਰ, ਕਿਉਂਕਿ ਦੇਖੋ ਜੀਨਸ ਹੈ ਤਾਂ DNA ਦੇ ਸੈਗਮੈਂਟਸ, ਲੇਕਿਨ ਫੰਕਸ਼ਨਲ ਸੈਗਮੈਂਟ ਆਫ DNA ਜਿਹੜਾ ਉਹਨੂੰ ਅਸੀਂ ਜੀਨ ਕਹਿ ਸਕਦੇ ਹਾਂ, ਯਾਨੀ ਕਿ DNA ਦਾ ਉਹ ਫੰਕਸ਼ਨਲ ਸੈਗਮੈਂਟ ਜਿਹੜਾ ਕਿ ਕਿਸੇ ਵੀ ਇੱਕ ਤਰ੍ਹਾਂ ਦੀ ਪੈਪਟਾਈਡ ਚੇਨ ਦੀ ਫਾਰਮੇਸ਼ਨ ਦੇ ਲਈ ਰਿਕੁਆਇਰਡ ਇਨਫੋਰਮੇਸ਼ਨ ਜਿਹੜੀ ਹੈ ਉਹਨੂੰ ਆਪਣੇ ਅੰਦਰ ਐਗਜ਼ਿਬਿਟ ਕਰਦਾ ਜਾਂ ਕੋਡ ਕਰਦਾ। ਸੋ ਇਹੋ ਜਿਹੀ DNA ਦੀ ਸੈਗਮੈਂਟ ਜਿਹੜਾ ਕੋਈ ਕੰਮ ਕਰਾ ਸਕੇ, ਕੋਈ ਫੰਕਸ਼ਨ ਕਰਾ ਸਕੇ, ਕੋਈ ਪੈਪਟਾਈਡ ਚੇਨ ਬਣਵਾ ਸਕੇ, ਉਹਨੂੰ ਕੀ ਕਵਾਂਗੇ, ਉਹਨੂੰ ਫੰਕਸ਼ਨਲ ਸੈਗਮੈਂਟ ਆਫ DNA ਕਵਾਂਗੇ। ਤੇ ਇਸੇ ਨੂੰ ਹੀ ਅਸੀਂ ਕੀ ਕਵਾਂਗੇ, ਅਸੀਂ ਜੀਨ ਕਹਿ ਦਿਆਂਗੇ। Now let's see what are homologous chromosomes. A pair of corresponding chromosomes of the same shape and size, one from ਈਚ ਪੇਰੈਂਟ, ਯਾਨੀ ਕਿ ਮੇਲ ਐਂਡ ਫੀਮੇਲ ਪੇਰੈਂਟ, ਜਾਂ ਜਿਹਨੂੰ ਅਸੀਂ ਕੀ ਕਵਾਂਗੇ, ਮਦਰ ਐਂਡ ਫਾਦਰ ਕਵਾਂਗੇ। ਸੋ ਇਹੋ ਜਿਹੇ ਕ੍ਰੋਮੋਸੋਮਸ ਦਾ ਪੇਅਰ ਜਿਨ੍ਹਾਂ ਦਾ ਸੇਮ ਸਾਈਜ਼ ਹੈ, ਸੇਮ ਸ਼ੇਪ ਹੈ, ਤੇ ਇਸ ਪੇਅਰ ਦੇ ਵਿੱਚੋਂ ਇੱਕ ਕ੍ਰੋਮੋਸੋਮ ਆਇਆ ਮਦਰ ਤੋਂ, ਇੱਕ ਆਇਆ ਫਾਦਰ ਤੋਂ, ਇਹੋ ਜਿਹੇ ਪੇਅਰ ਨੂੰ, ਇਹੋ ਜਿਹੇ ਜੋੜੇ ਨੂੰ ਅਸੀਂ ਕੀ ਕਹਿੰਦੇ ਆ, ਹੋਮੋਲੋਗਸ ਕ੍ਰੋਮੋਸੋਮ ਕਹਿੰਦੇ ਆ। ਟਾਈਪਸ, number and location of genes is same in both the homologous chromosomes. ਅਸੀਂ ਡਾਇਗਰਾਮ ਦੀ ਹੈਲਪ ਨਾਲ ਇਹਦੇ ਬਾਰੇ ਵੀ ਥੋੜਾ ਜਿਹਾ ਡਿਟੇਲ 'ਚ ਡਿਸਕਸ਼ਨ ਕਰਦੇ ਹਾਂ। ਜਿੱਦਾਂ ਕਿ ਆਪਣੇ ਕੋਲ ਕੁਝ ਹੋਮੋਲੋਗਸ ਕ੍ਰੋਮੋਸੋਮਸ ਦੇ ਪੇਅਰਸ ਨੇ, ਠੀਕ ਹੈ। ਜਿੱਦਾਂ ਆਪਾਂ ਐਸ ਕ੍ਰੋਮੋਸੋਮਲ ਪੇਅਰ ਦੀ ਅਗਰ ਗੱਲ ਕਰੀਏ, ਦੋਵਾਂ ਦਾ ਦੇਖੋ ਸਾਈਜ਼ ਐਂਡ ਸ਼ੇਪ ਇੱਕੋ ਜਿਹਾ, ਪੋਜੀਸ਼ਨ ਆਫ ਸੈਂਟਰੋਮੀਅਰ ਵੀ ਇੱਕੋ ਜਿਹੀ। ਇਸੇ ਤਰ੍ਹਾਂ ਹੀ ਇਹ ਜਿਹੜੇ ਕ੍ਰੋਮੋਸੋਮਸ ਨੇ ਇਹ ਵੀ ਇੱਕੋ ਜਿਹੇ ਨੇ, ਸਾਈਜ਼, ਸ਼ੇਪ, ਪੋਜੀਸ਼ਨ ਆਫ ਦਾ ਸੈਂਟਰੋਮੀਅਰ, ਨੰਬਰ ਆਫ ਜੀਨਸ, ਲੋਕੇਸ਼ਨ ਆਫ ਜੀਨਸ, ਟਾਈਪਸ ਆਫ ਜੀਨਸ, ਹਰ ਇੱਕ ਚੀਜ਼ ਜਿਹੜੀ ਆ ਇਹਨਾਂ ਦੋਨੋਂ ਕ੍ਰੋਮੋਸੋਮਸ ਦੇ ਪੇਅਰਸ ਦੇ ਅੰਦਰ ਇੱਕੋ ਜਿਹੀ ਹੋਏਗੀ। ਚਾਹੇ ਇਹ ਜਿਹੜੇ ਕ੍ਰੋਮੋਸੋਮਸ ਨੇ ਮੈਟਾਸੈਂਟਰਿਕ ਹੋਣ, ਸਬ ਮੈਟਾਸੈਂਟਰਿਕ ਹੋਣ, ਐਕਰੋਸੈਂਟਰਿਕ ਹੋਣ, ਯਾਨੀ ਕਿ ਜਿੱਦਾਂ ਮਰਜ਼ੀ ਇਹਨਾਂ ਦੀ ਸੈਂਟਰੋਮੀਅਰ ਦੀ ਪੋਜੀਸ਼ਨ ਹੋਵੇ, ਸਾਈਜ਼ ਹੋਵੇ, ਸ਼ੇਪ ਹੋਵੇ, ਜਾਂ ਟਾਈਪ, ਨੰਬਰ ਐਂਡ ਲੋਕੇਸ਼ਨ ਆਫ ਜੀਨਸ ਸੇਮ ਹੁੰਦੀਆਂ ਨੇ ਹੋਮੋਲੋਗਸ ਕ੍ਰੋਮੋਸੋਮਸ ਦੇ ਅੰਦਰ। ਜਿੱਦਾਂ ਸਪੋਜ਼ ਕਰ ਲਓ ਕਿ ਸਾਡੇ ਕੋਲ ਕੁਝ ਕ੍ਰੋਮੋਸੋਮਸ ਦੇ ਉੱਪਰ ਜੀਨਸ ਪਈਆਂ ਨੇ, ਠੀਕ ਹੈ। ਇੱਕ ਹੋਮੋਲੋਗਸ ਕ੍ਰੋਮੋਸੋਮਸ ਦਾ ਪੇਅਰ ਹੈ, A, B, C ਜਾਂ ਹੋਰ ਜੀਨਸ ਕੋਈ ਵੀ ਹੋਣ, ਇਹਨਾਂ ਦੋਵਾਂ ਕ੍ਰੋਮੋਸੋਮਸ ਦੇ ਉੱਪਰ ਸੇਮ ਟਾਈਪਸ ਆਫ ਜੀਨਸ ਹੋਣਗੀਆਂ, ਤੇ ਇਹਨਾਂ ਜੀਨਸ ਦੀ ਪੋਜੀਸ਼ਨ, ਨੰਬਰ ਐਂਡ ਲੋਕੇਸ਼ਨ ਸੇਮ ਹੋਏਗੀ ਦੋਵਾਂ ਕ੍ਰੋਮੋਸੋਮਸ 'ਤੇ। ਉਹ ਗੱਲ ਅਲੱਗ ਹੈ ਵੀ ਅਲੀਲ ਚਾਹੇ ਡੋਮੀਨੈਂਟ ਜਾਂ ਰੈਸੈਸਿਵ ਅਲੱਗ-ਅਲੱਗ ਹੋ ਸਕਦੀ ਹੈ, ਲੇਕਿਨ ਟਾਈਪ ਆਫ ਜੀਨ ਜਿਹੜੀ ਹੈ ਉਹ ਇੱਕੋ ਜਿਹੀ ਹੋਏਗੀ। ਇਸੇ ਤਰ੍ਹਾਂ ਹੀ ਅਗਰ ਅਸੀਂ ਇਸ ਕ੍ਰੋਮੋਸੋਮਲ ਪੇਅਰ ਦੀ ਗੱਲ ਕਰਦੇ ਹਾਂ ਤਾਂ ਇਹਦੇ ਅੰਦਰ ਵੀ ਜੇ DEF ਜਾਂ ਕੋਈ ਹੋਰ ਜੀਨਸ ਜਿਹੜੀਆਂ ਨੇ ਪ੍ਰੈਜ਼ੈਂਟ ਨੇ ਤਾਂ ਉਹ ਇੱਕੋ ਤਰ੍ਹਾਂ ਦੇ ਨਾਲ ਡਿਸਟਰੀਬਿਊਟਡ ਹੋਣਗੀਆਂ। ਸੋ ਇੱਦਾਂ ਦੇ ਪੇਅਰਸ ਆਫ ਕ੍ਰੋਮੋਸੋਮਸ ਜਿਨ੍ਹਾਂ ਦਾ ਸ਼ੇਪ, ਸਾਈਜ਼, ਟਾਈਪ ਐਂਡ ਨੰਬਰ ਆਫ ਜੀਨਸ, ਲੋਕੇਸ਼ਨ ਆਫ ਜੀਨਸ ਸੇਮ ਹੋਵੇ, ਉਹਨਾਂ ਨੂੰ ਅਸੀਂ ਕੀ ਕਹਿੰਦੇ ਆ, ਹੋਮੋਲੋਗਸ ਕ੍ਰੋਮੋਸੋਮਸ ਕਹਿੰਦੇ ਆ। ਇਸ ਜੋੜੇ ਵਿੱਚੋਂ, ਇਸ ਪੇਅਰ ਵਿੱਚੋਂ ਇੱਕ ਕ੍ਰੋਮੋਸੋਮ ਕਿੱਥੋਂ ਆਇਆ,
ਮਦਰ ਤੋਂ ਤੇ ਇੱਕ ਕਿੱਥੋਂ ਆਇਆ ਫਾਦਰ ਤੋਂ। ਸੋ ਦਿਸ ਇਜ਼ ਆਲ ਅਬਾਊਟ ਹੋਮੋਲੋਗਸ ਕ੍ਰੋਮੋਸੋਮਸ। ਹੁਣ ਅਸੀਂ ਗੱਲ ਕਰਦੇ ਹਾਂ ਅਲੀਲਸ ਦੇ ਬਾਰੇ। ਵਾਟ ਆਰ ਅਲੀਲਸ? Alternative forms of a gene occupying the same position on a chromosome and affecting the same characteristic but in two alternative ways। यानी कि एक ही क्रोमोसोम ਦੇ ਉੱਤੇ ਇੱਕ ਹੀ ਜਗ੍ਹਾ ਨੂੰ ਆਕੂਪਾਈਂਗ ਕਰਦੀ ਉਹ ਜੀਨ ਜਿਹੜੀ ਕਿ ਸੇਮ ਕਰੈਕਟਰ ਨੂੰ ਕੰਟਰੋਲ ਕਰ ਰਹੀ ਹੈ ਪਰ ਅਲੱਗ-ਅਲੱਗ ਵੇਜ਼ 'ਚ ਕਰ ਰਹੀ ਹੈ। एग्जाम्पल तो बिना नहीं है समझ आना। आप एग्जाम्पल लैके गल करते हैं। फॉर एग्जाम्पल फ्री एंड अटैच्ड ईयरलोब्स आर द अलील्स ऑफ ईयरलोब करैक्टर। ह्यूमन बींग्स के अंदर आप ईयरलोब्स देखते हैं, ठीक है ना। ईयरलोब की हो गया, ये हो गया करैक्टर। इहदियां दो अल्टरनेटिव फॉर्म्स की ने, फ्री ईयरलोब्स एंड अटैच्ड ईयरलोब्स। इनू कंट्रोल करने वालियां जड़ियां जीन्स ਦੀਆਂ ਫਾਰਮਸ ਨੇ ਉਹਨੂੰ ਅਸੀਂ ਕੀ ਕਹਿੰਦੇ ਆ ਅਲੀਲਸ ਕਹਿੰਦੇ ਆ। ਅਸੀਂ ਹੋਰ ਵੀ ਐਗਜ਼ਾਮਪਲ ਲੈ ਕੇ ਗੱਲ ਕਰਦੇ ਆ, ਜਿੱਦਾਂ ਕਿ ਅਸੀਂ ਪੀ ਪਲਾਂਟ ਦੀ ਐਗਜ਼ਾਮਪਲ ਲੈ ਲੈਂਦੇ ਆ, ਠੀਕ ਹੈ। ਪੀ ਪਲਾਂਟ ਦੇ ਵਿੱਚ ਅਗਰ ਅਸੀਂ ਕਿਸੇ ਕਰੈਕਟਰ ਦੀ ਗੱਲ ਕਰੀਏ ਆਪਾਂ ਲੈ ਲੈਂਦੇ ਆ ਹਾਈਟ। ਇਹ ਕੀ ਹੋ ਗਿਆ? ਇਹ ਹੋ ਗਿਆ ਕਰੈਕਟਰ। ਇਹ ਜਿਹੜੀ ਹਾਈਟ ਹੈ ਇਹਦੀਆਂ ਦੋ ਆਲਟਰਨੇਟਿਵ ਫਾਰਮਸ ਮਿਲਦੀਆਂ। ਇੱਕ ਟਾਲ ਵੀ ਹੋ ਸਕਦੀ ਹੈ ਹਾਈਟ ਤੇ ਡਵਾਰਫ ਵੀ ਹੋ ਸਕਦੀ ਹੈ ਹਾਈਟ, ਠੀਕ ਹੈ ਨਾ। ਜੇ ਅਸੀਂ ਮੰਨ ਲਈਏ ਵੀ ਇਹ ਜਿਹੜਾ ਹਾਈਟ ਦਾ ਕਰੈਕਟਰ ਹੈ ਇਹਨੂੰ ਕੰਟਰੋਲ ਕਰਨ ਵਾਲੀ ਜੀਨ ਜਿਹੜੀ ਆ ਉਹ ਇਸ ਹੋਮੋਲੋਗਸ ਪੇਅਰ ਆਫ ਕ੍ਰੋਮੋਸੋਮਸ 'ਚ ਹੈ, ਤਾਂ ਸਪੋਜ਼ ਕਰ ਲਓ ਵੀ ਅਗਰ ਇਸ ਹੋਮੋਲੋਗਸ ਕ੍ਰੋਮੋਸੋਮਲ ਪੇਅਰ ਦੇ ਇਸ ਕ੍ਰੋਮੋਸੋਮ ਦੇ ਉੱਪਰ ਇੱਥੇ ਹਾਈਟ ਦੀ ਜੀਨ ਪਈ ਹੈ ਤਾਂ ਫਿਰ ਦੂਜੇ ਕ੍ਰੋਮੋਸੋਮਸ ਦੇ ਵੀ ਇਸੇ ਪੋਜੀਸ਼ਨ ਜਾਂ ਲੋਕੇਸ਼ਨ ਦੇ ਉੱਤੇ ਹੀ ਇਹ ਜੀਨ ਜਿਹੜੀ ਆ ਮਿਲੂਗੀ। ਲੇਕਿਨ ਕਰੈਕਟਰ ਚਾਹੇ ਸੇਮ ਹੈ ਲੇਕਿਨ ਉਹਦੀਆਂ ਦੋ ਆਲਟਰਨੇਟਿਵ ਫਾਰਮਸ ਜਿਹੜੀਆਂ ਨੇ ਉਹ ਹੋ ਸਕਦੀਆਂ ਜਾਂ ਟਾਲ ਹੋ ਸਕਦੀ ਜਾਂ ਡਵਾਰਫ ਹੋ ਸਕਦੀ। ਸੋ ਇਹ ਜਿਹੜੀਆਂ ਆਲਟਰਨੇਟਿਵ ਫਾਰਮਸ ਨੇ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ ਅਲੀਲਸ ਕਹਿੰਦੇ ਆ। ਇਸੇ ਤਰ੍ਹਾਂ ਹੀ ਅਸੀਂ ਇੱਕ ਹੋਰ ਕਰੈਕਟਰ ਲੈ ਲੈਂਦੇ ਹਾਂ। ਸਪੋਜ਼ ਕਰ ਲਓ ਕਿ ਅਸੀਂ ਕਰੈਕਟਰ ਲੈ ਲਿਆ ਸ਼ੇਪ ਆਫ ਸੀਡ, ਠੀਕ ਹੈ। ਸ਼ੇਪ ਆਫ ਸੀਡ ਜਿਹੜੀ ਆ ਹੁਣ ਇਹ ਵੀ ਦੋ ਤਰ੍ਹਾਂ ਦੀ ਮਿਲਦੀ ਹੈ। ਹੋ ਸਕਦਾ ਕਿ ਰਾਊਂਡ ਸੀਡਸ ਹੋਣ, ਹੋ ਸਕਦਾ ਕਿ ਰਿੰਕਲਡ ਸੀਡਸ ਹੋਣ। ਸੋ ਕਰੈਕਟਰ ਸੇਮ ਹੈ ਸ਼ੇਪ ਆਫ ਸੀਡ ਲੇਕਿਨ ਦੋ ਆਲਟਰਨੇਟਿਵ ਫਾਰਮਸ ਕਿਹੜੀਆਂ? ਰਾਊਂਡ ਐਂਡ ਰਿੰਕਲਡ। ਇਹ ਕੌਣ ਕੰਟਰੋਲ ਕਰ ਰਿਹਾ? ਇਹ ਅਲੀਲਸ ਕੰਟਰੋਲ ਕਰ ਰਹੀਆਂ। ਇਸੇ ਤਰ੍ਹਾਂ ਹੀ ਅਗਰ ਅਸੀਂ ਲੈ ਲੈਂਦੇ ਹਾਂ ਐਗਜ਼ਾਮਪਲ ਕਲਰ ਆਫ ਸੀਡ ਦੀ, ਠੀਕ ਹੈ। ਤੇ ਕਲਰ ਆਫ ਸੀਡ ਜਿਹੜਾ ਉਹ ਵੀ ਫਿਰ ਅੱਗੋਂ ਦੋ ਤਰ੍ਹਾਂ ਦਾ ਮਿਲਦਾ, ਯੈਲੋ ਵੀ ਹੋ ਸਕਦਾ ਤੇ ਗ੍ਰੀਨ ਵੀ ਹੋ ਸਕਦਾ। ਸੋ ਉਹਦੇ 'ਚ ਵੀ ਕੀ ਆ? ਦੋ ਆਲਟਰਨੇਟਿਵ ਵੇਜ਼ ਆਫ ਐਕਸਪ੍ਰੈਸ਼ਨ ਨੇ। ਇਹਨਾਂ ਨੂੰ ਕੌਣ ਕੰਟਰੋਲ ਕਰਦਾ? ਇਹਨਾਂ ਨੂੰ ਅਲੀਲਸ ਕੰਟਰੋਲ ਕਰਦੀਆਂ ਨੇ। ਸੋ ਕੀ ਯਾਦ ਰੱਖਣ ਵਾਲੀ ਗੱਲ ਹੈ ਵੀ ਇਹ ਜਿਹੜੀਆਂ ਅਲੀਲਸ ਨੇ ਇਹ ਆਲਟਰਨੇਟਿਵ ਫਾਰਮਸ ਆਫ ਅ ਜੀਨ ਹੁੰਦੀਆਂ, ਠੀਕ ਹੈ। ਸੇਮ ਪੋਜੀਸ਼ਨ ਕ੍ਰੋਮੋਸੋਮ 'ਤੇ ਇਹ ਪੋਜੈਸ ਕਰਦੀਆਂ ਤੇ ਸੇਮ ਕਰੈਕਟਰ ਨੂੰ ਕੰਟਰੋਲ ਕਰਦੀਆਂ ਲੇਕਿਨ ਐਕਸਪ੍ਰੈਸ਼ਨ ਦੇ ਵੇਜ਼ ਜਿਹੜੇ ਨੇ ਉਹ ਕਿਹੜੇ ਨੇ? ਟੂ ਆਲਟਰਨੇਟਿਵ ਵੇਜ਼ ਹੋ ਸਕਦੇ ਨੇ। ਜਿੱਦਾਂ ਕਿ ਹਿਊਮਨ ਬੀਇੰਗਸ ਦੇ ਅਗਰ ਆਪਾਂ ਈਅਰਲੋਬ ਦਾ ਕਰੈਕਟਰ ਲੈਂਦੇ ਆ ਤੇ ਉਹਦੀਆਂ ਦੋ ਆਲਟਰਨੇਟਿਵ ਵੇਜ਼ ਆਫ ਐਕਸਪ੍ਰੈਸ਼ਨ ਕਿਹੜੀਆਂ ਨੇ? ਫਰੀ ਐਂਡ ਅਟੈਚਡ, ਯਾਨੀ ਕਿ ਇੱਕ ਅਲੀਲ ਫਰੀ ਨੂੰ ਤੇ ਇੱਕ ਅਟੈਚਡ ਨੂੰ ਐਗਜ਼ਿਬਿਟ ਕਰੂਗੀ। ਇਸੇ ਤਰ੍ਹਾਂ ਹੀ ਪੀ ਪਲਾਂਟ ਦੇ ਅੰਦਰ ਚਾਹੇ ਹਾਈਟ ਹੈ, ਚਾਹੇ ਸ਼ੇਪ ਆਫ ਸੀਡ ਹੈ, ਚਾਹੇ ਕਲਰ ਆਫ ਸੀਡ ਹੈ, ਇਹਨਾਂ ਸਾਰੇ ਜਿਹੜੇ ਕਰੈਕਟਰਸ ਦੀਆਂ ਟ੍ਰੇਟਸ ਦੀਆਂ ਦੋ ਆਲਟਰਨੇਟਿਵ ਫਾਰਮਸ ਆਫ ਐਕਸਪ੍ਰੈਸ਼ਨ ਮਿਲਦੀਆਂ ਨੇ। ਹਾਈਟ ਦੇ ਵਿੱਚ ਟਾਲ ਐਂਡ ਡਵਾਰਫ ਹੈ, ਸ਼ੇਪ ਆਫ ਸੀਡ 'ਚ ਰਾਊਂਡ ਐਂਡ ਰਿੰਕਲਡ ਹੈ, ਕਲਰ ਆਫ ਸੀਡ 'ਚ ਯੈਲੋ ਐਂਡ ਗ੍ਰੀਨ ਹੈ। ਤੇ ਇਹਨਾਂ ਆਲਟਰਨੇਟਿਵ ਫਾਰਮਸ ਆਫ ਐਕਸਪ੍ਰੈਸ਼ਨਸ ਨੂੰ ਅਲੀਲਸ ਜਿਹੜੀਆਂ ਨੇ ਉਹ ਐਗਜ਼ਿਬਿਟ ਕਰਦੀਆਂ ਨੇ। ਹੁਣ ਇਹ ਜਿਹੜੀਆਂ ਅਲੀਲਸ ਨੇ ਇਹ ਵੀ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ। ਪਹਿਲਾਂ ਅਸੀਂ ਗੱਲ ਕਰਦੇ ਡੋਮੀਨੈਂਟ ਅਲੀਲ ਦੀ। ਇਹ ਕਿਹੜੀ ਅਲੀਲ ਹੈ? ਐਨ ਅਲੀਲ ਦੈਟ ਅਫੈਕਟਸ ਦਾ ਫੀਨੋਟਾਈਪ ਆਫ ਐਨ ਆਰਗੈਨਿਜ਼ਮ ਬੋਥ ਇਨ ਹੈਟਰੋਜ਼ਾਈਗਸ ਐਂਡ ਹੋਮੋਜ਼ਾਈਗਸ ਕੰਡੀਸ਼ਨਸ, ਠੀਕ ਹੈ। ਆਪਾਂ ਐਗਜ਼ਾਮਪਲ ਲੈ ਕੇ ਗੱਲ ਕਰਦੇ ਹਾਂ। ਜਿੱਦਾਂ ਸਪੋਜ਼ ਕਰ ਲਓ ਕਿ ਆਪਾਂ ਪੀ ਪਲਾਂਟ ਦੇ ਵਿੱਚ ਹਾਈਟ ਦੀ ਗੱਲ ਕਰਨੀ ਹੈ। ਸੋ ਹਾਈਟ ਕੀ ਹੋ ਗਈ? ਟ੍ਰੇਟ ਹੋ ਗਿਆ, ਕਰੈਕਟਰ ਹੋ ਗਿਆ। ਇਹਨੂੰ ਜਿਹੜੀਆਂ ਦੋ ਆਲਟਰਨੇਟਿਵ ਫਾਰਮਸ ਆਫ ਐਕਸਪ੍ਰੈਸ਼ਨ ਦੇ ਵਿੱਚ
ਐਗਜ਼ਿਬਿਟ ਕਰ ਰਹੀਆਂ ਨੇ ਉਹ ਕੀ ਨੇ, ਅਲੀਲਸ ਨੇ। ਇੱਕ ਕਿਹੜੀ ਫਾਰਮ ਆਫ ਐਕਸਪ੍ਰੈਸ਼ਨ ਹੈ, ਟਾਲਨੈਸ ਹੈ। ਇੱਕ ਜਿਹੜੀ ਹੈ ਉਹ ਹੈ ਡਵਾਰਫਨੈਸ। ਟਾਲਨੈਸ ਨੂੰ ਜਿਹੜੀ ਅਲੀਲ ਐਕਸਪ੍ਰੈਸ ਕਰ ਰਹੀ ਹੈ ਉਹ ਕਿਹੜੀ ਹੈ, ਉਹ ਡੋਮੀਨੈਂਟ ਅਲੀਲ ਹੈ, ਤੇ ਇਹਨੂੰ ਅਸੀਂ ਕੈਪੀਟਲ ਟੀ ਦੇ ਨਾਲ ਡਿਨੋਟ ਕਰਨਾ। ਇਸੇ ਤਰ੍ਹਾਂ ਹੀ ਜਿੱਦਾਂ ਕਿ ਅਸੀਂ ਕਲਰ ਆਫ ਸੀਡ ਦੀ ਗੱਲ ਕੀਤੀ ਸੀ, ਠੀਕ ਹੈ, ਕਲਰ ਆਫ ਸੀਡ ਇਨ ਪੀ ਪਲਾਂਟ, ਇਹਦੇ 'ਚ ਆਪਾਂ ਦੋ ਤਰ੍ਹਾਂ ਦੇ ਕਲਰ ਲਏ ਸੀ ਨਾ, ਯੈਲੋ ਤੇ ਗ੍ਰੀਨ। ਤੇ ਜਿਹੜਾ ਯੈਲੋ ਕਲਰ ਹੁੰਦਾ ਇਹਨੂੰ ਡੋਮੀਨੈਂਟ ਅਲੀਲ ਜਿਹੜੀ ਆ ਉਹ ਐਕਸਪ੍ਰੈਸ ਕਰਦੀ ਹੈ, ਇਸ ਕਰਕੇ ਇਹਨੂੰ ਅਸੀਂ ਕੈਪੀਟਲ ਵਾਈ ਦੇ ਨਾਲ ਡਿਨੋਟ ਕਰਦੇ ਹਾਂ। ਇਸੇ ਤਰ੍ਹਾਂ ਹੀ ਅਗਰ ਅਸੀਂ ਗੱਲ ਕਰਦੇ ਹਾਂ ਸ਼ੇਪ ਆਫ ਸੀਡ ਦੀ, ਠੀਕ ਹੈ, ਸ਼ੇਪ ਆਫ ਸੀਡ ਦੀਆਂ ਆਪਾਂ ਕਿਹਾ ਸੀਗਾ ਦੋ ਫਾਰਮਸ ਆਫ ਐਕਸਪ੍ਰੈਸ਼ਨ ਹੈ, ਰਾਊਂਡ ਤੇ ਰਿੰਕਲਡ। ਜਿਹੜੀ ਰਾਊਂਡ ਹੁੰਦੀ ਨਾ ਸ਼ੇਪ, ਇਹਨੂੰ ਡੋਮੀਨੈਂਟ ਅਲੀਲ ਜਿਹੜੀ ਆ ਉਹ ਕੰਟਰੋਲ ਕਰਦੀ ਹੈ, ਤੇ ਇਸ ਕਰਕੇ ਇਹਨੂੰ ਅਸੀਂ ਕੈਪੀਟਲ ਆਰ ਦੇ ਨਾਲ ਡਿਨੋਟ ਕਰਾਂਗੇ। ਇਹ ਹੋ ਗਿਆ ਡੋਮੀਨੈਂਟ ਅਲੀਲ ਦੇ ਬਾਰੇ। ਹੁਣ ਅਸੀਂ ਗੱਲ ਕਰਦੇ ਹਾਂ ਰਿਸੈਸਿਵ ਅਲੀਲ ਦੀ। What is recessive allele? An allele that affects the phenotype of the organism in the absence of a dominant allele। यानी कि ਜਦੋਂ ਹੋਮੋਜ਼ਾਈਗਸ ਰਿਸੈਸਿਵ ਕੰਡੀਸ਼ਨ ਬਣ ਜਾਵੇ ਉਦੋਂ, ਤਾਂ ਇਹੋ ਜਿਹੀ ਅਲੀਲ ਨੂੰ ਅਸੀਂ ਕਹਿੰਦੇ ਹਾਂ ਰਿਸੈਸਿਵ ਅਲੀਲ। ਦੂਜੇ ਵਰਡਸ 'ਚ ਆਪਾਂ ਇੱਦਾਂ ਵੀ ਕਹਿ ਸਕਦੇ ਹਾਂ ਵੀ ਕਿਸੇ ਆਰਗੇਨਿਜ਼ਮ ਦੇ ਅੰਦਰ ਉਹ ਅਲੀਲ ਜਿਹੜੀ ਉਦੋਂ ਹੀ ਐਕਸਪ੍ਰੈਸ ਕਰੇ ਜਦੋਂ ਹੋਮੋਜ਼ਾਈਗਸ ਰਿਸੈਸਿਵ ਕੰਡੀਸ਼ਨ 'ਚ ਹੋਵੇ, ਜਾਂ ਜਦੋਂ ਕੋਈ ਹੋਰ ਡੋਮੀਨੈਂਟ ਅਲੀਲ ਨਹੀਂ ਹੈਗੀ ਤਾਂ ਆਪਣੇ ਆਪ ਨੂੰ ਐਕਸਪ੍ਰੈਸ ਕਰਨ ਵਾਲੀ ਅਲੀਲ ਜਿਹੜੀ ਹੈ ਉਹਨੂੰ ਅਸੀਂ ਰਿਸੈਸਿਵ ਅਲੀਲ ਕਹਿੰਦੇ ਹਾਂ। ਇਹਨੂੰ ਅਸੀਂ ਸਮੌਲ ਐਲਫਾਬੈਟ ਦੇ ਨਾਲ ਡਿਨੋਟ ਕਰਨਾ, ਜਿੱਦਾਂ ਕਿ ਡਵਾਰਫਨੈਸ ਇਨ ਪੀ ਪਲਾਂਟ, ਜਿਹਨੂੰ ਕਿ ਅਸੀਂ ਸਮੌਲ ਟੀ ਦੇ ਨਾਲ ਡਿਨੋਟ ਕਰਦੇ ਹਾਂ। ਥੋੜ੍ਹੀ ਜਿਹੀ ਡਿਸਕਸ਼ਨ ਐਗਜ਼ਾਮਪਲ ਦੇ ਨਾਲ ਜ਼ਰੂਰੀ ਹੈ ਤਾਂ ਕਿ ਅੱਛੀ ਤਰ੍ਹਾਂ ਕਲੈਰਿਟੀ ਹੋ ਜਾਏ। ਅਸੀਂ ਗੱਲ ਕੀਤੀ ਸੀਗੀ ਇੱਕ ਟਰੇਟ ਦੀ ਜਾਂ ਕਰੈਕਟਰ ਦੀ, ਜਿਹਨੂੰ ਅਸੀਂ ਹਾਈਟ ਆਫ ਪੀ ਪਲਾਂਟ ਕਹਿ ਦਿੱਤਾ। ਹੁਣ ਹਾਈਟ ਆਫ ਪੀ ਪਲਾਂਟ ਦੀਆਂ ਦੋ ਆਲਟਰਨੇਟਿਵ ਫਾਰਮਸ ਆਫ ਐਕਸਪ੍ਰੈਸ਼ਨ ਹੈ, ਇੱਕ ਕੀ ਹੈ ਟਾਲਨੈਸ, ਦੂਜੀ ਕਿਹੜੀ ਹੈ ਡਵਾਰਫਨੈਸ। ਠੀਕ ਹੈ, ਜਿਹੜੀ ਟਾਲਨੈਸ ਹੈ ਆਪਾਂ ਹੁਣੇ ਕਰਕੇ ਹਟੇ ਹਾਂ ਕਿ ਇਹ ਡੋਮੀਨੈਂਟ ਅਲੀਲ ਦੇ ਨਾਲ ਐਕਸਪ੍ਰੈਸ ਹੁੰਦਾ ਹੈ, ਇਸ ਕਰਕੇ ਇਹਨੂੰ ਅਸੀਂ ਕੈਪੀਟਲ ਲੈਟਰ ਦੇ ਨਾਲ ਡਿਨੋਟ ਕਰਦੇ ਹਾਂ। ਜਦੋਂ ਕਿ ਜਿਹੜੀ ਡਵਾਰਫਨੈਸ ਹੈ ਇਹ ਰਿਸੈਸਿਵ ਅਲੀਲ ਦੇ ਨਾਲ ਐਕਸਪ੍ਰੈਸ ਹੁੰਦਾ ਹੈ, ਅਤੇ ਇਹਨੂੰ ਅਸੀਂ ਸਮੌਲ ਟੀ ਦੇ ਨਾਲ ਡਿਨੋਟ ਕਰਦੇ ਹਾਂ। ਹੁਣ ਫਰਕ ਕੀ ਆ ਰਿਹਾ, ਦੇਖੋ ਇੱਦਾਂ ਆ ਰਿਹਾ, ਇਹ ਜਿਹੜਾ ਡਵਾਰਫਨੈਸ ਦਾ ਕਰੈਕਟਰ ਹੈ ਨਾ, ਇਹਨੇ ਆਪਣੇ ਆਪ ਨੂੰ ਉਦੋਂ ਹੀ ਐਕਸਪ੍ਰੈਸ ਕਰਨਾ ਹੈ ਜਦੋਂ ਦੋਨੋਂ ਅਲੀਲਸ ਰਿਸੈਸਿਵ ਹੋਣਗੀਆਂ, ਯਾਨੀ ਕਿ ਸਮੌਲ ਹੋਣਗੀਆਂ। ਜੇ ਸਪੋਜ਼ ਕਰ ਲਓ ਵੀ ਦੋ ਕੈਪੀਟਲ ਟੀ ਆ ਗਈਆਂ, ਇਹਦਾ ਮਤਲਬ ਹੈ ਡੋਮੀਨੈਂਟ ਅਲੀਲਸ, ਯਾਨੀ ਕਿ ਇਹ ਪਲਾਂਟ ਟਾਲ ਹੋਊਗਾ। ਲੇਕਿਨ ਜੇ ਇੱਕ ਕੈਪੀਟਲ ਤੇ ਇੱਕ ਸਮੌਲ ਟੀ, ਯਾਨੀ ਕਿ ਇੱਕ ਡੋਮੀਨੈਂਟ ਅਲੀਲ ਤੇ ਇੱਕ ਰਿਸੈਸਿਵ ਅਲੀਲ ਵੀ ਆ ਗਈ, ਤਾਂ ਵੀ ਇਹ ਜਿਹੜਾ ਪਲਾਂਟ ਹੈਗਾ ਇਹ ਟਾਲ ਹੀ ਹੋਏਗਾ, ਕਿਉਂਕਿ ਰਿਸੈਸਿਵ ਅਲੀਲ ਨੇ ਆਪਣੇ ਆਪ ਨੂੰ ਇੱਦਾਂ ਐਕਸਪ੍ਰੈਸ ਹੀ ਨਹੀਂ ਕਰਨਾ। ਆਪਾਂ ਇੱਦਾਂ ਵੀ ਕਹਿ ਸਕਦੇ ਹਾਂ ਕਿ ਰਿਸੈਸਿਵ ਅਲੀਲ ਆਪਣੇ ਆਪ ਨੂੰ ਉਦੋਂ ਤੱਕ ਐਕਸਪ੍ਰੈਸ ਹੀ ਨਹੀਂ ਕਰਦੀ ਜਦ ਤੱਕ ਕਿ ਡੋਮੀਨੈਂਟ ਅਲੀਲ ਪਈ ਹੋਵੇ। ਇੱਥੇ ਹੁਣ ਡੋਮੀਨੈਂਟ ਅਲੀਲ ਕਿਹੜੀ ਪਈ ਹੈ, ਕੈਪੀਟਲ ਟੀ ਪਈ ਹੈ। ਸੋ ਜਦੋਂ ਤੱਕ ਡੋਮੀਨੈਂਟ ਅਲੀਲ ਪਈ ਹੈ ਉਦੋਂ ਤੱਕ ਸਮੌਲ ਟੀ ਜਾਂ ਰਿਸੈਸਿਵ ਅਲੀਲ ਨੇ ਆਪਣੇ ਆਪ ਨੂੰ ਐਕਸਪ੍ਰੈਸ ਹੀ ਨਹੀਂ ਕਰਨਾ। ਐਕਸਪ੍ਰੈਸ ਇਹਨੇ ਕਦੋਂ ਕਰਨਾ, ਜਦੋਂ ਦੋਨੋਂ ਅਲੀਲਸ ਜਿਹੜੀਆਂ ਨੇ ਉਹ ਰਿਸੈਸਿਵ ਹੀ ਹੋਣਗੀਆਂ। ਜਿੱਦਾਂ ਹੁੰਦਾ ਨਾ ਵੀ ਕੋਈ ਇਹੋ ਜਿਹੇ ਦੋ ਬੱਚੇ ਨੇ ਜਿਹੜੇ ਕਿ ਬਹੁਤ ਘੱਟ ਬੋਲਦੇ ਨੇ, ਉਹਨਾਂ ਦੀ ਜਿਹੜੀ ਗੱਲਬਾਤ ਹੈ ਨਾ ਉਹ ਸਾਨੂੰ ਉਦੋਂ ਹੀ ਸੁਣਾਈ ਦਊਗੀ ਜਦੋਂ ਉਹ ਦੋਨੋਂ ਇਕੱਲੇ ਹੀ ਬੈਠੇ ਹੋਣਗੇ ਕਲਾਸ 'ਚ। ਜੇ ਇੱਕ ਵੀ ਡੋਮੀਨੈਂਟ ਜਾਂ ਰੌਲਾ ਪਾਉਣ ਵਾਲਾ ਬੱਚਾ ਆ ਗਿਆ, ਉਹਨੇ ਤਾਂ ਉਹਨਾਂ ਦੀ ਆਵਾਜ਼ ਸੁਣਨ ਹੀ ਨਹੀਂ ਦੇਣੀ। ਠੀਕ ਹੈ, ਸੋ ਰਿਸੈਸਿਵ ਅਲੀਲ ਨੇ ਕਦੋਂ ਐਕਸਪ੍ਰੈਸ ਕਰਨਾ, ਜਦੋਂ ਦੋਨੋਂ ਅਲੀਲਸ ਰਿਸੈਸਿਵ ਹੋਣਗੀਆਂ। ਜੇ ਇੱਕ ਵੀ ਡੋਮੀਨੈਂਟ ਅਲੀਲ ਹੈ ਤਾਂ ਰਿਸੈਸਿਵ ਅਲੀਲ ਆਪਣੇ ਆਪ ਨੂੰ ਐਕਸਪ੍ਰੈਸ ਨਹੀਂ ਕਰੂਗੀ। ਔਰ ਲਿਖਦੇ ਟਾਈਮ ਅਸੀਂ ਇਹਨੂੰ ਸਮੌਲ ਲੈਟਰ ਦੇ ਨਾਲ ਡਿਨੋਟ ਕਰਨਾ, ਡੋਮੀਨੈਂਟ ਅਲੀਲ ਨੂੰ ਕੈਪੀਟਲ ਲੈਟਰ ਦੇ ਨਾਲ ਅਤੇ ਰਿਸੈਸਿਵ ਅਲੀਲ ਨੂੰ ਸਮੌਲ ਲੈਟਰ ਦੇ ਨਾਲ ਆਪਾਂ ਡਿਨੋਟ ਕਰਨਾ। ਹੁਣ ਸਾਨੂੰ ਕਲੀਅਰ ਹੋ ਗਿਆ ਡੋਮੀਨੈਂਟ ਅਤੇ ਰਿਸੈਸਿਵ ਅਲੀਲਸ ਦੇ ਬਾਰੇ। ਅਸੀਂ ਇੱਦਾਂ ਕਰਦੇ ਹਾਂ ਕਿ ਥੋੜ੍ਹੀ ਜਿਹੀ ਡਿਸਕਸ਼ਨ ਕਰਦੇ ਹਾਂ ਅਬਾਊਟ ਜੀਨ, ਅਲੀਲ, ਡੋਮੀਨੈਂਟ ਅਲੀਲ, ਰਿਸੈਸਿਵ ਅਲੀਲ, ਥੋੜ੍ਹੀ ਰਿਵੀਜ਼ਨ ਕਰਦੇ ਹਾਂ ਸੋ ਦੈਟ ਕੰਸੈਪਟ ਜਿਹੜਾ ਨਾ ਉਹ ਚੰਗੀ ਤਰ੍ਹਾਂ ਕਲੀਅਰ ਹੋ ਜੇ। ਜਿੱਦਾਂ ਕਿ ਅਸੀਂ ਕਿਸੇ ਵੀ ਕਰੈਕਟਰ ਜਾਂ
ट्रेट की गल करते हैं तो असी कहने भी नॉर्मली किसी भी करैक्टर या ट्रेट दियाँ दो ऑल्टरनेटिव फॉर्म्स ऑफ एक्सप्रैशन होंदियां, यानी कि दो तरह नाल एक्सप्रैस हो सकता। ये जिहड़ा करैक्टर है इनू कौन कंट्रोल करता है, इनू जीन कंट्रोल करती है। तो इस जीन दियाँ दो ऑल्टरनेटिव फॉर्म्स नू कौन कंट्रोल करता, अलील्स कंट्रोल करदियाँ। ठीक है, हुण ये जिहड़ियां जीन्स ने अगर असी किसी होमोलोगस क्रोमोसोम पेयर की गल करते हैं तो असी कहने भी इस होमोलोगस क्रोमोसोमल पेयर के अंदर एक पर्टिकुलर जीन जिहड़ी आ वो पई है। सपोज कर लो भी आपां हाइट की जीन की गल करते हैं तो असी ये कहने भी ये हाइट की जीन इस होमोलोगस क्रोमोसोम पेयर के अंदर इस जगह पर मिलती है। तो ओबवियसली फिर दोनों जिहड़े क्रोमोसोम्स ने दोवां दे अंदर हाइट की जीन सेम लोकेशन के उत्ते मिलूगी। लेकिन ये हाइट की जीन दियाँ दो तरह दियाँ अलील्स हो सकदियाँ। ठीक है, एक जिन्हों असी की कहने डोमीनेंट अलील कहने ते दूजी किहड़ी होएगी, रिसेसिव अलील होएगी। डोमीनेंट अलील जिहड़ी हुंदी ना हाइट की, ये टॉलनैस कॉज करती है, तो जिहड़ी रिसेसिव अलील हुंदी है ये डवाफनैस जिहड़ी है वो कॉज करती है। ठीक है, हुण डोमीनेंट अलील नूं असी कैपिटल लैटर दे नाल डिनोट करना, सो टॉल नूं असी कैपिटल टी दे नाल डिनोट करांगे। सो रिसेसिव अलील लई असी की करना भी इसे लैटर नूं स्मॉल कर देना, यानी कि टी नूं ही हुण आपां स्मॉल कर देना। ये नहीं कहा भी डवाफ है तो हुण असी डी पाना, नहीं, असी जिहड़ा लैटर डोमीनेंट अलील लई यूज़ कर रहे हैं, जिद्दां कि टॉलनैस लई टी यूज़ कर रहे हैं, तो इसे टी नूं ही आपां डोमीनेंट दे विच कैपिटल कर देना ते रिसेसिव दे विच स्मॉल कर देना। लैटर सेम रहूगा, डोमीनेंट अलील च कैपिटल लैटर आ जाएगा तो रिसेसिव अलील च स्मॉल लैटर आ जाऊगा। ठीक है, इस तरह ही असी कलर ऑफ सीड एक होर ट्रेट ले लिया तो ये की है कि येलो कलर जड़ा वो डोमीनेंट अलील कंट्रोल करती है तो रिसेसिव अलील दे नाल की हुंदा, ग्रीन कलर आंदा। सो येलो कलर डोमीनेंट अलील दा असी की करांगे, कैपिटल वाई यूज़ करांगे तो ग्रीन दे लई इसे वाई नूं असी स्मॉल कर देना। हुण इहदे च आपां स्मॉल जी नहीं यूज़ करना, एक बारी जिहड़ा लैटर ले लिया डोमीनेंट अलील वाला उसे नूं ही स्मॉल लैटर कर देना। ठीक है, इस तरह ही असी ले लिया शेप ऑफ सीड। ठीक है, शेप ऑफ सीड दियाँ दो ऑल्टरनेटिव फॉर्म्स ऑफ एक्सप्रैशन किहड़ियां ने, एक है राउंड सीड, एक है रिंकल्ड सीड। ठीक है, राउंड जड़ा है वो डोमीनेंट अलील एक्सप्रैस करती है, इस करके ये लिए असी कैपिटल आर यूज़ करांगे। रिंकल्ड फॉर्म ऑफ एक्सप्रैशन जड़ा है इनू रिसेसिव अलील एक्सप्रैस करती है, इस करके आर नूं हुण इत्थे की कर देंगे, स्मॉल कर देंगे। सो what is gene, what are alleles, what are the two types of alleles, dominant allele, recessive allele, इन्हां नूं किद्दां असीं डिनोट करना, ये सारा इतों आपां नूं हुण रिवाइज हो गया ते क्लैरिटी हो गई। हुण असीं अगे चलदे हां। नेक्स्ट टर्म इज होमोजाइगस। What is homozygous? It is an organism which possesses similar or आइडेंटिकल अलील्स ऑफ अ करैक्टर, यानी कि एक करैक्टर दियाँ इक्को जिहियां अलील्स कोई पोजैस करे, या तो दोनों डोमीनेंट या दोनों रिसेसिव। सो सच ऑर्गेनिजम्स आर ऑल्सो कॉल्ड प्योर फॉर दैट करैक्टर। फॉर एग्जाम्पल प्योर टॉल पी प्लांट, ये की आएगा कैपिटल टी। इस तरह ही डवाफ पी प्लांट जड़ा उहदे लई की जीनोटाइप हो जाता, स्मॉल टी। सो चाहे दोनों डोमीनेंट अलील्स आउण, चाहे दोनों रिसेसिव आउण, इन्हां नूं असीं प्योर या होमोजाइगस कंडीशन कह देंगे। इस तरह ही जे असीं कलर ऑफ सीड की गल करते हैं, ठीक है, तो चाहे दोनों डोमीनेंट अलील्स आ जान कैपिटल वाई तां भी ये होमोजाइगस है, तो चाहे दोनों रिसेसिव फॉर्म्स आ जान, ठीक है, ये भी होमोजाइगस कंडीशन है। वो गल अलग है भी जे दोनों कैपिटल वाई आईयां ने तो एक्सप्रैशन की बनना,
एक्सप्रैशन बनना येलो। तो जे दोनों स्मॉल वाई वालियां अलील्स आ गई, रिसेसिव अलील्स आ गई, तो इत्थे फिर एक्सप्रैशन की बनना ग्रीन बनना। लेकिन कंडीशन किहड़ी है, प्योर यानी कि होमोजाइगस, जो कि दोनों अलील्स इक्को तरह दियां होण, या दोनों डोमीनेंट जिद्दां इत्थे है, या दोनों रिसेसिव जिद्दां कि इत्थे नज़र आ रहे हैं। हुण असीं गल करदे हां अबाउट हैट्रोजाइगस। सो हैट्रोजाइगस कंडीशन च की हुंदा भी एक ऑर्गेनिज्म दे अंदर दो डिफरेंट कंट्रास्टिंग अलील्स होण किसी करैक्टर दियां, तां इहो जी कंडीशन नूं असीं हैट्रोजाइगस कंडीशन कह दांगे। जिद्दां कि हाइब्रिड टॉल पी प्लांट, यानी कि एक इहदे कोल डोमीनेंट अलील है किहड़ी, कैपिटल टी, एक किहड़ी है रिसेसिव यानी कि स्मॉल टी। ठीक है, एक डोमीनेंट अलील, एक रिसेसिव अलील, डिफरेंट अलील्स हो गई। इस कंडीशन नूं की कहांगे, हैट्रोजाइगस कंडीशन कहांगे। सो इसे तरह ही हुण अगर असीं गल करदे हां शेप ऑफ द सीड दी, ते आ जिहड़ा हैगा कैपिटल आर स्मॉल आर, ये की है हाइब्रिड यानी कि हेट्रोजाइगस राउंड सीड। ठीक है, और अगर असी गल करते हैं कलर ऑफ द सीड दी, तो यह की है एक कैपिटल वाई तो एक केड़ा स्मॉल वाई। सो ये भी हाइब्रिड या हेट्रोजाइगस कंडीशन ही है, लेकिन एक्सप्रैशन केड़ा येलो। सो सीड दी येलो रंगत होएगी। सो जो भी दो डिफरेंट टाइप्स ऑफ अलील जड़ियां ने इकट्ठियां होण, तां कंडीशन हो जाएगी हाइब्रिड या हेट्रोजाइगस कंडीशन। नैक्सट टर्म इज हैप्लॉइड। हैप्लॉइड का की मतलब है, वो सैल्स और ऑर्गेनिजम्स विच हैव ओनली वन सैट ऑफ जीन्स, उन्होंने असीं कहने हैप्लॉइड। सच अ जेनेटिक कॉन्स्टिट्यूशन इज डिनोटेड बाय स्मॉल एन। ठीक है, सिंगल एन। सो इहो जे जिहड़े सैल्स ने या जिहड़े इहो जे ऑर्गेनिजम्स ने, उन्हां कोल एक ही सैट ऑफ जीन्स है। ਇਹਦਾ मतलब एक टाइप का फिर एक ही क्रोमोसोम होएगा, ਇਹਦੇ अंदर होमोलोगस क्रोमोसोम के पेयर्स नहीं होंगे, बल्कि एक टाइप का एक ही क्रोमोसोम होएगा, तो एक टाइप की एक ही जीन होएगी, तो एक टाइप की एक ही अलील होएगी। इहो जी कंडीशन नूं असीं कहांगे हैप्लॉइड कंडीशन। किद्दां रिप्रजेंट करना, एन दे नाल रिप्रजेंट करना। ह्यूमन बीइंग्स दे अंदर जिहड़े गैमीट्स बनते हैं ना साडे, यानी कि एग या स्पर्म, वो सारे की होंदे ने हैप्लॉइड होंदे ने, क्योंकि उन्हां दे अंदर एक एक ही टाइप का एक एक क्रोमोसोम हुंदा। नैक्सट टर्म इज डिप्लॉइड। वट इज द मीनिंग ऑफ दिस टर्म डिप्लॉइड? द सैल्स और ऑर्गेनिजम्स हैविंग टू सैट्स ऑफ जीन्स, यानी कि इहो जिहा ऑर्गेनिज्म जिहदे अंदर एक टाइप के दो क्रोमोसोम होण। ठीक है, दो क्रोमोसोम्स दे पेयर नूं आपां की कहांगे, आपां कहांगे होमोलोगस क्रोमोसोम पेयर्स। ठीक है, सो हर टाइप के दो क्रोमोसोम, दो जीन्स, यानी कि दो दो अलील्स होणगियां। हुण चाहे डोमीनेंट होण, चाहे रिसेसिव होण, चाहे हाइब्रिड होण, ठीक है, लेकिन दो दो होणगे। सच अ जेनेटिक कॉन्स्टिट्यूशन इज डिनोटेड बाय 2n। और ह्यूमन बॉडी सैल्स इहदी एग्जाम्पल्स है, यानी कि साडे गैमीट्स नूं छड्ड के बाकी साडे जिहड़े बॉडी सैल्स हुंदे ने, वो की हुंदे ने, वो डिप्लॉइड हुंदे ने। सो डिप्लॉइड का की मतलब हो गया दो दो तरह के क्रोमोसोम्स। इस तरह ही अगर किसी के अंदर सपोज कर लो भी एक तरह के तीन तीन क्रोमोसोम्स होण, एक तरह दियां तीन तीन जीन्स होण, तां इहो जी कंडीशन नूं आपां की कहांगे, ट्रिप्लॉइड कहांगे। ठीक है, ट्रिप्लॉइड आ तो इनू आपां 3n नाल रिप्रजेंट करांगे। इस तरह ही जे चार चार क्रोमोसोम किसी के अंदर है, ठीक है, तां टैट्राप्लॉइड कहांगे, इनू असीं फिर 4n दे नाल रिप्रजेंट करांगे। जे किसी के अंदर पांच पांच तरह के क्रोमोसोम ने या पांच पांच तरह दी जीन्स ने, पेंटाप्लॉइड कंडीशन आ जाऊगी, 5n कहांगे इनू। जिहड़ी असीं कणक खाने आ ना नॉर्मली, वो साडी जिहड़ी कणक है ट्रिटिकम स्टाइवम, वो हैक्साप्लॉइड हुंदी है, जिहड़ी नॉर्मली असीं कणक खा रहे हैं। इहदे अंदर एक तरह के 6 क्रोमोसोम या 6 जीन्स हुंदियां, इनू असीं 6n जिहड़ा वो डिनोट करते हैं।
ਹੁਣ ਅਸੀਂ ਗੱਲ ਕਰਦੇ ਹਾਂ ਟਾਈਪਸ ਆਫ ਕ੍ਰੋਸਿਸ ਦੇ ਬਾਰੇ ਵੀ, ਜਿੱਦਾਂ ਕਿ ਇੱਕ ਟਾਈਪ ਆਫ ਕ੍ਰੋਸ ਹੁੰਦੀ ਹੈ ਜਿਹਨੂੰ ਅਸੀਂ ਕਹਿੰਦੇ ਮੋਨੋਹਾਈਬ੍ਰਿਡ ਕ੍ਰੋਸ। ਮੋਨੋਹਾਈਬ੍ਰਿਡ ਕ੍ਰੋਸ ਕੀ ਹੁੰਦਾ? ਅ ਕ੍ਰੋਸ ਬਿਟਵੀਨ ਟੂ ਪੈਰੈਂਟਸ ਮੇਡ ਟੂ ਸਟੱਡੀ ਦ ਇਨਹੈਰੀਟੈਂਸ ਆਫ ਅ ਸਿੰਗਲ ਕਰੈਕਟਰ। ਯਾਨੀ ਕਿ ਇੱਕ ਹੀ ਕਰੈਕਟਰ ਵਾਸਤੇ ਜਦੋਂ ਅਸੀਂ ਇਨਹੈਰੀਟੈਂਸ ਸਟੱਡੀ ਕਰਨਾ ਵੀ ਆਹ ਕਰੈਕਟਰ ਕਿੱਦਾਂ ਇੱਕ ਪੀੜ੍ਹੀ ਤੋਂ ਅਗਲੀ ਪੀੜ੍ਹੀ 'ਚ ਜਾ ਰਿਹਾ, ਤਾਂ ਇਹੋ ਜਿਹੇ ਕ੍ਰੋਸ ਨੂੰ ਅਸੀਂ ਕਹਿੰਦੇ ਹਾਂ ਮੋਨੋਹਾਈਬ੍ਰਿਡ ਕ੍ਰੋਸ। ਠੀਕ ਹੈ, ਇੱਕ ਹੀ ਕਰੈਕਟਰ, ਮੋਨੋ ਮੀਨਸ ਸਿੰਗਲ, ਸੋ ਸਿੰਗਲ ਕਰੈਕਟਰ ਨੂੰ ਕੰਸੀਡਰ ਕਰਦਿਆਂ ਹੋਇਆ ਜਿਹੜੇ ਕ੍ਰੋਸ ਬਣਦੇ ਨੇ ਉਹਨਾਂ ਨੂੰ ਮੋਨੋਹਾਈਬ੍ਰਿਡ ਕ੍ਰੋਸ ਕਿਹਾ ਜਾਂਦਾ। ਸੋ ਕਰੈਕਟਰ ਜੇ ਇੱਕ ਹੋਏਗਾ ਤੇ ਜੀਨ ਦਾ ਪੇਅਰ ਵੀ ਫਿਰ ਇੱਕ ਹੀ ਹੋਏਗਾ। ਸੋ ਇਹਦੇ 'ਚ ਆਪਾਂ ਕਿਹੜੀ ਐਗਜ਼ਾਮਪਲ ਲੈ ਸਕਦੇ ਹਾਂ? ਫੋਰ ਐਗਜ਼ਾਮਪਲ ਅ ਕ੍ਰੋਸ ਬਿਟਵੀਨ ਟਾਲ ਐਂਡ ਡਵਾਰਫ ਪੀ ਪਲਾਂਟਸ। ਠੀਕ ਹੈ, ਇਹਦੇ 'ਚ ਕੀ ਕਰਦੇ ਪਏ ਹਾਂ? ਇਹਦੇ 'ਚ ਆਪਾਂ ਕਰੈਕਟਰ ਕਿਹੜਾ ਲੈ ਰਹੇ ਹਾਂ? ਕਰੈਕਟਰ ਅਸੀਂ ਲੈ ਰਹੇ ਹਾਂ ਹਾਈਟ। ਸਿੰਗਲ ਕਰੈਕਟਰ, ਸਿੰਗਲ ਕਰੈਕਟਰ ਮਤਲਬ ਇੱਕ ਹੀ ਪੇਅਰ ਆਫ ਜੀਨਸ। ਹੁਣ ਜੇ ਸਪੋਜ਼ ਕਰ ਲਓ ਵੀ ਸਾਡੇ ਕੋਲ ਇੱਕ ਪੇਰੈਂਟ ਹੈਗਾ ਜਿਹਦੇ ਕੋਲ ਪਿਓਰ ਜਾਂ ਹੋਮੋਜ਼ਾਈਗਸ ਜੀਨੋਟਾਈਪ ਆ, ਇਹਨੂੰ ਅਸੀਂ ਕੀ ਕਵਾਂਗੇ? ਇਹਨੂੰ ਅਸੀਂ ਹੋਮੋਜ਼ਾਈਗਸ ਟਾਲ ਜਾਂ ਪਿਓਰ ਟਾਲ ਕਹਿ ਦਾਂਗੇ। ਠੀਕ ਹੈ, ਤੇ ਦੂਜਾ ਪੇਰੈਂਟ ਹੈ, ਸਪੋਜ਼ ਕਰ ਲਓ ਕਿ ਉਹ ਅਸੀਂ ਲੈ ਲਿਆ ਡਵਾਰਫ। ਠੀਕ ਹੈ, ਸੋ ਇਹ ਰਿਸੈਸਿਵ ਅਲੀਲਸ ਨੇ। ਸੋ ਅਸੀਂ ਦੋਵਾਂ ਕੰਡੀਸ਼ਨਸ ਦੇ ਵਿੱਚ ਦੇਖੋ ਇੱਕ ਇੱਕ ਪੇਅਰ ਆਫ ਜੀਨਸ ਹੀ ਲੈ ਰਹੇ ਹਾਂ, ਕਿਉਂਕਿ ਟਰੇਟ ਕਿਹੜਾ ਇੱਕ ਹੀ ਹੈ, ਹਾਈਟ। ਸੋ ਇਹਨਾਂ ਨੂੰ ਜਦੋਂ ਅਸੀਂ ਕ੍ਰੋਸ ਕਰਦੇ ਹਾਂ ਤੇ ਜਿਹੜੀ ਸਾਡੇ ਕੋਲ ਅੱਗੋਂ ਜਿਹੜੀ ਪ੍ਰੋਜਨੀ ਆਉਂਦੀ ਹੈ ਉਹਦੇ 'ਚ ਸਾਡੇ ਕੋਲ ਫਿਰ ਹਾਈਬ੍ਰਿਡ ਜੀਨੋਟਾਈਪ ਹੋ ਜਾਂਦਾ। ਸੋ ਇੱਦਾਂ ਦਾ ਕ੍ਰੋਸ ਜਿਹਦੇ 'ਚ ਇੱਕ ਹੀ ਆਪਾਂ ਕਰੈਕਟਰ ਲਿਆ ਉਹਨੂੰ ਅਸੀਂ ਕੀ ਕਵਾਂਗੇ? ਮੋਨੋਹਾਈਬ੍ਰਿਡ ਕ੍ਰੋਸ ਕਵਾਂਗੇ। ਆਪਾਂ ਹੋਰ ਵੀ ਐਗਜ਼ਾਮਪਲ ਲੈ ਸਕਦੇ ਹਾਂ, ਜਿੱਦਾਂ ਸਪੋਜ਼ ਕਰ ਲਓ ਹੁਣ ਅਸੀਂ ਟਰੇਟ ਲੈ ਲੈਂਦੇ ਹਾਂ ਸ਼ੇਪ ਆਫ ਸੀਡਸ ਇਨ ਪੀ ਪਲਾਂਟਸ। ਸੋ ਇਹਦੇ ਵਾਸਤੇ ਵੀ ਅਸੀਂ ਦੋ ਪੇਰੈਂਟਸ ਲਏ। ਠੀਕ ਹੈ, ਇੱਕ ਆਪਾਂ ਪੇਰੈਂਟ ਲੈ ਲਿਆ ਪਿਓਰ ਰਾਊਂਡ ਸੀਡਸ ਵਾਲਾ, ਦੂਜਾ ਪੇਰੈਂਟ ਅਸੀਂ ਲੈ ਲਿਆ ਰਿੰਕਲਡ ਸੀਡਸ ਵਾਲਾ। ਸੋ ਆਪਾਂ ਇੱਕ ਹੀ ਕਰੈਕਟਰ ਨੂੰ ਕੰਸੀਡਰ ਕਰਦੇ ਹੋਏ ਇੱਕ ਇੱਕ ਪੇਅਰ ਆਫ ਜੀਨਸ ਦੇ ਨਾਲ ਹੀ ਕ੍ਰੋਸ ਕਰਦੇ ਪਏ ਹਾਂ। ਸੋ ਇਹੋ ਜਿਹੇ ਕ੍ਰੋਸ ਨੂੰ ਅਸੀਂ ਕੀ ਕਵਾਂਗੇ? ਮੋਨੋਹਾਈਬ੍ਰਿਡ ਕ੍ਰੋਸ ਕਵਾਂਗੇ। ਨੈਕਸਟ ਕ੍ਰੋਸ ਟਾਈਪ ਇਜ਼ ਡਾਈਹਾਈਬ੍ਰਿਡ ਕ੍ਰੋਸ, ਅ ਕ੍ਰੋਸ ਬਿਟਵੀਨ ਟੂ ਪੈਰੈਂਟਸ taking into consideration alternative traits of two different characters। ਯਾਨੀ ਕਿ ਆਪਾਂ ਦੋ ਡਿਫਰੈਂਟ ਕਰੈਕਟਰਸ ਲਏ ਨੇ ਤੇ ਫਿਰ ਅਸੀਂ ਪੇਰੈਂਟਸ 'ਚ ਕ੍ਰੋਸ ਜਿਹੜਾ ਉਹ ਸ਼ੁਰੂ ਕੀਤਾ, ਤਾਂ ਇਹੋ ਜਿਹੇ ਕ੍ਰੋਸ ਨੂੰ ਅਸੀਂ ਡਾਈਹਾਈਬ੍ਰਿਡ ਕ੍ਰੋਸ ਕਹਿੰਦੇ ਹਾਂ। ਡਾਈ ਮੀਨਸ ਟੂ। ਠੀਕ ਹੈ, ਜਿੱਦਾਂ ਆਪਾਂ ਮੋਨੋਹਾਈਬ੍ਰਿਡ 'ਚ ਕਿਹਾ ਸੀ ਨਾ, ਮੋਨੋ ਮੀਨਸ ਸਿੰਗਲ, ਵਨ, ਉਹਦੇ 'ਚ ਵਨ ਟਰੇਟ ਸੀਗਾ। ਡਾਈਹਾਈਬ੍ਰਿਡ 'ਚ ਕੀ ਕਵਾਂਗੇ? ਡਾਈ ਮੀਨਸ ਟੂ, ਯਾਨੀ ਕਿ ਟੂ ਟਰੇਟਸ, ਟੂ ਕਰੈਕਟਰਸ ਨੂੰ ਲੈ ਕੇ ਜਦੋਂ ਅਸੀਂ ਕੋਈ ਕ੍ਰੋਸ ਕਰਾਂਗੇ ਤੇ ਇਹ ਡਾਈਹਾਈਬ੍ਰਿਡ ਕ੍ਰੋਸ ਹੋ ਜਾਏਗਾ। ਐਗਜ਼ਾਮਪਲ ਕੀ ਹੈ? ਅ ਕ੍ਰੋਸ ਬਿਟਵੀਨ ਟੂ ਪੀ ਪਲਾਂਟਸ, ਵਨ ਹੈਵਿੰਗ ਰਾਊਂਡ green seeds, the other having wrinkled yellow seeds. So here two characters are shape of the seed and color of the seeds. It means ਇਹ ਇੱਥੇ ਆਪਾਂ ਐਗਜ਼ਾਮਪਲ ਲੈ ਰਹੇ ਜਿਹੜੀ ਉਹਦੇ 'ਚ ਦੋ ਦੇਖੋ ਆਪਣੇ ਕੋਲ ਕਰੈਕਟਰਸ ਨੇ, ਸ਼ੇਪ ਆਫ ਦਾ ਸੀਡ ਹੈ, ਠੀਕ ਹੈ, ਤੇ ਕਲਰ ਆਫ ਦਾ ਸੀਡ ਹੈ। ਸ਼ੇਪ ਆਫ ਦਾ ਸੀਡ ਦੀਆਂ ਦੋ ਆਲਟਰਨੇਟਿਵ ਜਿਹੜੀਆਂ ਫਾਰਮਸ ਆਫ ਐਕਸਪ੍ਰੈਸ਼ਨ ਨੇ ਉਹ ਕਿਹੜੀਆਂ ਨੇ? ਜਾਂ ਤਾਂ ਸੀਡ ਰਾਊਂਡ ਹੋ ਸਕਦਾ ਜਾਂ ਰਿੰਕਲਡ ਹੋ ਸਕਦਾ। ਠੀਕ ਹੈ, ਕਲਰ ਆਫ ਦਾ ਸੀਡ ਦੋ ਕਿਹੜੇ ਕਲਰ ਹੋ ਸਕਦੇ? ਜਾਂ ਤਾਂ ਸੀਡ ਗ੍ਰੀਨ ਹੋ ਸਕਦੇ ਜਾਂ ਯੈਲੋ ਹੋ ਸਕਦੇ ਆ। ਸੋ ਦੋ ਕਰੈਕਟਰਸ ਨੂੰ ਲੈ ਕੇ ਅਸੀਂ ਜਦੋਂ ਵੀ ਕ੍ਰੋਸ ਕਰਨਾ ਉਹ ਡਾਈਹਾਈਬ੍ਰਿਡ ਕ੍ਰੋਸ ਹੋਣਾ। ਜੇ ਸਪੋਜ਼ ਕਰ ਲਓ ਵੀ ਅਸੀਂ ਪਿਓਰ ਰਾਊਂਡ ਐਂਡ ਯੈਲੋ ਸੀਡਸ ਇੱਕ ਪੇਰੈਂਟ 'ਚ ਲੈ ਲਏ, ਠੀਕ ਹੈ, ਤੇ ਦੂਜੇ ਪੇਰੈਂਟ 'ਚ ਆਪਾਂ ਲੈ ਲਏ ਰਿੰਕਲਡ ਗ੍ਰੀਨ ਸੀਡਸ। ਇਹ ਕ੍ਰੋਸ ਅਸੀਂ ਸਪੋਜ਼ ਕਰ ਲਓ ਬਣਾਉਣਾ। ਦੋ ਕਰੈਕਟਰਸ ਕਿਹੜੇ ਆਏ? ਰਾਊਂਡ ਤੇ ਰਿੰਕਲਡ ਕੀ ਹੈ? ਸ਼ੇਪ ਆਫ ਦਾ ਸੀਡ ਹੈ। ਯੈਲੋ ਤੇ ਗ੍ਰੀਨ ਕੀ ਹੈ? ਕਲਰ ਆਫ ਦਾ ਸੀਡਸ ਆ। ਸੋ ਰਾਊਂਡ ਐਂਡ ਯੈਲੋ ਸੀਡਸ ਜਿਹੜੇ ਨੇ, ਸਪੋਜ਼ ਕਰ ਲਓ ਵੀ ਆਪਾਂ ਪਿਓਰ ਕੰਡੀਸ਼ਨ 'ਚ ਇੱਕ ਪੇਰੈਂਟ ਆ ਲੈ ਲਿਆ, ਠੀਕ ਹੈ, ਤੇ ਰਿੰਕਲਡ ਐਂਡ ਗ੍ਰੀਨ ਸੀਡਸ ਉਹਦੇ 'ਚ ਆਪਾਂ ਪਿਓਰ ਪੇਰੈਂਟ ਆ ਲੈ ਲਿਆ। ਸੋ ਇਹੋ ਜਿਹੇ ਦੋ ਪੇਰੈਂਟਸ ਜਿਹੜੇ ਨੇ ਇਹਨਾਂ ਦੇ ਵਿੱਚ ਜਦੋਂ ਹੁਣ ਕ੍ਰੋਸ ਕਰਾਂਗੇ ਉਹ ਕਿਹੜਾ ਕ੍ਰੋਸ ਹੋਏਗਾ? ਉਹ ਹੋਏਗਾ ਡਾਈਹਾਈਬ੍ਰਿਡ ਕ੍ਰੋਸ ਹੋਏਗਾ, ਕਿਉਂਕਿ ਅਸੀਂ ਦੋ ਕਰੈਕਟਰਸ ਸਾਈਮਲਟੇਨੀਅਸਲੀ ਕੰਸੀਡਰ ਕਰ ਰਹੇ ਹਾਂ।
ਹੁਣ ਅਸੀਂ ਗੱਲ ਕਰਦੇ ਹਾਂ ਫਸਟ ਫੀਲੀਅਲ ਜਨਰੇਸ਼ਨ ਤੇ ਸੈਕੰਡ ਫੀਲੀਅਲ ਜਨਰੇਸ਼ਨ ਦੀ। ਇਹ ਕੀ ਹੁੰਦੀਆਂ ਨੇ? ਵਾਟ ਇਜ਼ ਫਸਟ ਫੀਲੀਅਲ ਜਨਰੇਸ਼ਨ? When two parents cross to produce progeny, then their first progeny is called F1 generation। ਯਾਨੀ ਕਿ ਜਦੋਂ ਵੀ ਅਸੀਂ ਕੋਈ ਦੋ ਪੇਰੈਂਟਸ ਨੂੰ ਕ੍ਰੋਸ ਕੀਤਾ ਤੇ ਉਹਨਾਂ ਤੋਂ ਜਿਹੜੀ ਪਹਿਲੀ ਪੀੜ੍ਹੀ ਜਿਹੜੀ ਆ ਜਨਰੇਟ ਹੋਈ ਹੈ ਉਹ ਕੀ ਹੈ? ਉਹ F1 ਜਨਰੇਸ਼ਨ ਹੈ, ਜਿਹਨੂੰ ਅਸੀਂ ਕਿ ਫਸਟ ਫਿਲੀਅਲ ਜਨਰੇਸ਼ਨ ਵੀ ਕਹਿ ਦਿੱਤਾ। ਜਿੱਦਾਂ ਆਪਾਂ ਸਪੋਜ਼ ਕਰ ਲਓ ਕਿ ਪਿਓਰ ਟੌਲ ਤੇ ਪਿਓਰ ਡਵਾਰਫ ਦੋ ਤਰ੍ਹਾਂ ਦੇ ਪੇਰੈਂਟਸ ਲਏ, ਠੀਕ ਹੈ। ਇਹਨਾਂ ਨੂੰ ਅਸੀਂ ਕੀ ਕੀਤਾ? ਕ੍ਰੋਸ ਕੀਤਾ। ਇਹਨਾਂ ਤੋਂ ਦੇਖੋ ਟਾਈਪ ਆਫ ਗੈਮੀਟਸ ਜਿਹੜੇ ਨੇ ਉਹ ਇੱਦਾਂ ਦੇ ਬਣਦੇ, ਅਤੇ ਜਦੋਂ ਇਹ ਦੋਨੋਂ ਤਰ੍ਹਾਂ ਦੇ ਗੈਮੀਟਸ ਇਕੱਠੇ ਹੋਣਗੇ ਆਪਣੇ ਕੋਲ ਆ ਇੰਡੀਵਿਜੂਅਲ ਬਣੂਗਾ। ਇਹ ਕੀ ਆ? F1 ਯਾਨੀ ਕਿ ਫਸਟ ਫਿਲੀਅਲ ਜਨਰੇਸ਼ਨ। ਇਹ ਕੀ ਬਣ ਗਿਆ? ਇਹ ਬਣ ਗਿਆ ਹਾਈਬ੍ਰਿਡ ਟੌਲ। ਹਾਲਾਂਕਿ ਸ਼ੁਰੂ ਆਪਾਂ ਕੀਤਾ ਸੀਗਾ ਪਿਓਰ ਟੌਲ ਅਤੇ ਪਿਓਰ ਡਵਾਰਫ ਤੋਂ, F1 ਜਨਰੇਸ਼ਨ ਦੇ ਵਿੱਚ ਹਾਈਬ੍ਰਿਡ ਟੌਲ ਬਣ ਗਿਆ। ਸੋ ਜੀਨੋਟਾਈਪ ਹਾਈਬ੍ਰਿਡ ਟੌਲ ਹੈ, ਫੀਨੋਟਾਈਪ ਇਹਦਾ ਟੌਲ ਹੀ ਹੋਣਾ। ਹੁਣ ਸਪੋਜ਼ ਕਰ ਲਓ ਵੀ ਆਪਾਂ ਆਹ ਜਿਹੜਾ ਸੀਗਾ ਆਪਣੇ ਕੋਲ ਹਾਈਬ੍ਰਿਡ ਟੌਲ ਯਾਨੀ ਕਿ F1 ਜਨਰੇਸ਼ਨ, ਇਹਨੂੰ ਆਪਾਂ ਅੱਗੋਂ ਸੈਲਫਿੰਗ ਕੀਤੀ, ਠੀਕ ਹੈ, ਯਾਨੀ ਕਿ ਇਹਦਾ ਆਪਣੇ ਆਪ ਨਾਲ ਹੀ ਕ੍ਰੋਸ ਕੀਤਾ, ਅਤੇ ਫਿਰ ਜਿਹੜੀ ਜਨਰੇਸ਼ਨ ਬਣੂਗੀ ਨਾ ਉਹਨੂੰ ਅਸੀਂ ਕੀ ਕਵਾਂਗੇ? ਉਹਨੂੰ ਅਸੀਂ ਕਵਾਂਗੇ F2 ਜਨਰੇਸ਼ਨ। So what is second filial generation? When the first generation progeny is crossed among themselves or selfed to produce second progeny, then this progeny is called F2 generation। यानी कि आ जड़ा F1 च इंडिविजुअल बनया ਹੁਣ ਇਹਨੂੰ ਸੈਲਫਿੰਗ ਕੀਤੀ ਜਾਵੇ ਜਾਂ ਇਹਦਾ ਆਪਣੇ ਆਪ ਦੇ ਨਾਲ ਕ੍ਰੋਸ ਕੀਤਾ ਜਾਵੇ ਤਾਂ ਜਿਹੜੀ ਨੈਕਸਟ ਜਨਰੇਸ਼ਨ ਬਣੇਗੀ ਉਹ ਕਿਹੜੀ ਬਣੂਗੀ? F2 ਬਣੇਗੀ। ਹੁਣ F1 ਜਿਹੜਾ ਇਹਦੀ ਅਗਰ ਆਪਾਂ ਸੈਲਫਿੰਗ ਕਰਨੀ ਹੈ, ਇਹਦੇ 'ਚ ਕਿਸ ਟਾਈਪ ਦੇ ਦੇਖੋ ਗੈਮੀਟ ਬਣਨਗੇ? ਇਹਦੇ ਅੰਦਰ ਦੋ ਤਰ੍ਹਾਂ ਦੇ ਗੈਮੀਟਸ ਬਣਨਗੇ, ਕੈਪੀਟਲ T ਅਤੇ ਸਮੋਲ t, ਠੀਕ ਹੈ। ਸਪੋਜ਼ ਕਰ ਲਓ ਵੀ ਆਹ ਹੋ ਗਿਆ ਮੇਲ ਪੇਰੈਂਟ, ਇਸੇ ਤਰ੍ਹਾਂ ਹੀ ਕੈਪੀਟਲ T ਅਤੇ ਸਮੋਲ t ਇਹ ਹੋ ਗਿਆ ਹੁਣ ਫੀਮੇਲ ਪੇਰੈਂਟ। ਸੋ ਆਪਾਂ ਜਦੋਂ ਇਹਨਾਂ ਦੀ ਸੈਲਫਿੰਗ ਕਰਦੇ ਹਾਂ, ਠੀਕ ਹੈ, ਅਤੇ ਸਾਡੇ ਕੋਲ ਕਿੱਦਾਂ ਦੇ F2 'ਚ ਇੰਡੀਵਿਜੂਅਲ ਆਉਣਗੇ? ਆਹ ਦੇਖੋ, ਇੱਕ ਤਾਂ ਆਊ, ਆਹ ਦੇਖੋ ਸਾਡੇ ਕੋਲ ਹੁਣ ਕੀ ਹੋਇਆ, ਚਾਰ ਅਗਰ ਇੰਡੀਵਿਜੂਅਲਸ ਪ੍ਰੋਡਿਊਸ ਹੋਏ ਆ ਅਤੇ ਆਹ ਕੀ ਹੈ? ਆਹ ਹੈਗਾ ਟੌਲ, ਠੀਕ ਹੈ। ਆਹ ਕੀ ਹੈ? ਆਹ ਦੋਨੋਂ ਵੀ ਹੈਗੇ ਟੌਲ, ਅਤੇ ਆਹ ਕੀ ਹੈ? ਆਹ ਹੈਗਾ ਡਵਾਰਫ। ਯਾਨੀ ਕਿ 3 ਟੌਲ ਅਤੇ 1 ਡਵਾਰਫ, 3:1, ਯਾਨੀ ਕਿ 75% ਜਿਹੜੇ ਨੇ ਉਹ ਟੌਲ ਬਣਦੇ ਪਏ ਇੰਡੀਵਿਜੂਅਲਸ ਅਤੇ 25% ਡਵਾਰਫ ਬਣਦੇ ਪਏ। ਸੋ ਇਹ ਜਿਹੜੇ ਇੰਡੀਵਿਜੂਅਲਸ ਬਣੇ ਨੇ, ਇਹ ਜਿਹੜੀ ਪ੍ਰੋਜਨੀ ਬਣੀ ਹੈ, ਇਹ ਕੀ ਹੈ? ਇਹ ਹੈ F2 ਯਾਨੀ ਕਿ ਸੈਕਿੰਡ ਫਿਲੀਅਲ ਜਨਰੇਸ਼ਨ। ਸੋ ਜਦੋਂ ਅਸੀਂ ਕ੍ਰੋਸ ਸਟਾਰਟ ਕੀਤਾ, ਜਿਹੜੀ ਪਹਿਲੀ ਜਨਰੇਸ਼ਨ ਬਣੀ ਉਹ ਹੋ ਗਈ ਫਸਟ ਫਿਲੀਅਲ ਜਨਰੇਸ਼ਨ, ਅਤੇ ਫਸਟ ਫਿਲੀਅਲ ਜਨਰੇਸ਼ਨ ਦੀ ਸੈਲਫਿੰਗ ਕਰਕੇ ਜਿਹੜੀ ਅਗਲੀ ਜਨਰੇਸ਼ਨ ਬਣੀ ਉਹ ਹੋ ਗਈ ਸੈਕਿੰਡ ਫਿਲੀਅਲ ਜਨਰੇਸ਼ਨ ਯਾਨੀ ਕਿ F2। ਸੋ ਇਹ ਹੋ ਗਏ F1 ਜਨਰੇਸ਼ਨ ਅਤੇ F2 ਜਨਰੇਸ਼ਨ। ਇਹ ਹੋ ਗਈਆਂ ਸਾਡੀਆਂ ਜੈਨੇਟਿਕਸ ਦੇ ਨਾਲ ਰਿਲੇਟਿਡ ਬੜੀਆਂ ਇੰਪੋਰਟੈਂਟ ਟਰਮਸ। ਇਹ ਟਰਮਸ ਸਾਨੂੰ ਜੈਨੇਟਿਕਸ ਨੂੰ ਅੱਛੀ ਤਰ੍ਹਾਂ ਸਮਝਣ 'ਚ ਬਹੁਤ ਜ਼ਿਆਦਾ ਹੈਲਪਫੁਲ ਹੋਣਗੀਆਂ। ਸੋ ਦਿਸ ਇਜ਼ ਆਲ ਅਬਾਊਟ ਸੈਕਿੰਡ ਪਾਰਟ ਆਫ ਦਿਸ ਚੈਪਟਰ, ਹੈਰੀਡਿਟੀ ਐਂਡ ਐਵੋਲਿਊਸ਼ਨ, ਯਾਨੀ ਕਿ ਅਨੁਵੰਸ਼ਿਕਤਾ ਅਤੇ ਵਿਕਾਸ ਦਾ ਭਾਗ ਦੂਜਾ। ਹੁਣ ਅਸੀਂ ਭਾਗ ਤੀਜੇ 'ਚ ਅਸਲ ਦੇ ਵਿੱਚ ਜੈਨੇਟਿਕਸ ਦਾ ਕੰਮ ਸ਼ੁਰੂ ਕਰ ਦੇਣਾ, ਜਿਹਦੇ 'ਚ ਅਸੀਂ ਕਰਾਂਗੇ ਹੁਣ ਕ੍ਰੋਸ। ਅਸੀਂ ਦੇਖਾਂਗੇ ਮੈਂਡਲ ਨੇ ਕੀ ਕੰਮ ਕੀਤਾ ਅਤੇ ਮੈਂਡਲ ਦੇ ਕੰਮ ਨੂੰ ਅਸੀਂ ਕ੍ਰੋਸ ਦੀ ਫੋਰਮ ਦੇ ਵਿੱਚ ਕਿੱਦਾਂ ਪ੍ਰੈਜ਼ੈਂਟ ਕਰ ਸਕਦੇ ਹਾਂ। ਸੋ ਮਿਲਦੇ ਹਾਂ ਥਰਡ ਪਾਰਟ ਆਫ ਦਿਸ ਚੈਪਟਰ 'ਚ, ਯਾਨੀ ਕਿ ਅਗਲੀ ਵੀਡੀਓ 'ਚ ਆਪਾਂ ਫੇਰ ਮਿਲਦੇ ਹਾਂ ਅਤੇ ਕਰਦੇ ਹਾਂ ਇਸੇ ਚੈਪਟਰ ਨੂੰ ਅੱਗੇ ਵੱਲ ਨੂੰ ਪ੍ਰੋਸੀਡ। ਅੱਜ ਲਈ ਇੰਨਾ ਹੀ। ਥੈਂਕਸ ਫॉर ਵਾਚਿੰਗ। ਅਤੇ ਜੇ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਵੇ ਤਾਂ ਇਹਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਆਪਣੇ ਫਰੈਂਡਸ ਦੇ ਨਾਲ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ। ਥੈਂਕ ਯੂ ਸੋ ਮਚ।